ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਹਿਬਾਂ ਦੇ ਅਨੰਤ ਬਖਸ਼ਿਸ਼ਾਂ ਕਰਨ ਵਾਲੇ ਦਰਬਾਰ ਦੇ ਵਿੱਚ ਚੱਲ ਰਹੀ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਲੜੀਵਾਰ ਸ਼ਬਦ ਵਿੱਚ ਜੋ ਸਾਨੂੰ ਅੱਜ ਅੰਮ੍ਰਿਤ ਬਚਨ ਬਖਸ਼ਿਸ਼ ਹੋਇਆ ਚੌਥੇ ਪਾਤਸ਼ਾਹ ਹਜ਼ੂਰ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਦੁਆਰਾ ਉਚਾਰਨ ਕੀਤਾ ਹੋਇਆ ਤੇ ਪੰਚਮ ਗੁਰੂਦੇਵ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੁਆਰਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਗੌੜੀ ਰਾਗ ਅੰਦਰ ਕਰ ਹਲੇ ਸਿਰਲੇਖ ਦੇ ਕੇ ਸੰਗ੍ਰਹਿਤ ਕੀਤਾ ਗਿਆ। ਦੋ ਸ਼ਬਦ ਇਸ ਕਰ ਹਲੇ ਸਿਰਲੇਖ ਦੇ ਅਧੀਨ ਧੰਨ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਹਜ਼ੂਰ ਦੇ ਕੱਲ੍ਹ ਇੱਕ ਸ਼ਬਦ ਦੀ ਵਿਚਾਰ ਗੁਰੂ ਸਵਾਰੇ ਭਾਈ ਸਾਹਿਬ ਜੀ ਨੇ ਕੀਤੀ ਆਪ ਜੀ ਨਾਲ ਸਾਂਝ। ਅੱਜ ਇਹ ਦੂਸਰਾ ਸ਼ਬਦ ਜਿਵੇਂ ਆਪ ਜੀ ਨੂੰ ਗੁਰੂ ਸਵਾਰੇ ਭਾਈ ਸਾਹਿਬ ਰਾਹੀਂ ਦੱਸਿਆ ਹੀ ਗਿਆ ਹੋਣਾ, ਕਰ ਹਲੇ ਸ਼ਬਦ ਸੰਸਕ੍ਰਿਤ ਦੇ ਕਰਬ ਸ਼ਬਦ ਦਾ ਪ੍ਰਾਕ੍ਰਿਤਕ ਰੂਪ ਜਿਸ ਦਾ ਅਰਥ ਵਿਦਵਾਨਾਂ ਨੇ ਕੀਤਾ ਹੈ ਊਠ ਦਾ ਛੋਟਾ ਬੱਚਾ। ਗੁਰੂ ਸਾਹਿਬ ਨੇ ਸਾਨੂੰ ਆਪਣੇ ਜੀਵਨ ਨੂੰ ਲੋਕ ਸੁਖੀਆ ਤੇ ਪਰਲੋਕ ਸੁਹੇਲਿਆ ਵਾਲੇ ਨਤੀਜਿਆਂ ਦਾ ਅਧਿਕਾਰੀ ਬਣਾਉਣ ਵਾਸਤੇ ਜੋ ਅਧਿਆਤਮਕ ਗੁਰਮਤ ਜੀਵਨ ਜੁਗਤ ਬਖਸ਼ਿਸ਼ ਕੀਤੀ, ਕਿਉਂਕਿ ਇਹ ਸਾਰੀਆਂ ਮਨ ਬੁੱਧੀ ਦੇ ਪੱਧਰ ਦੀਆਂ ਰਮਜ਼ ਭਰੀਆਂ ਗੱਲਾਂ ਨੇ। ਅਸੀਂ ਲੋਕ ਸਰੀਰਾਂ ਦੇ ਪੱਧਰ 'ਤੇ ਜਿਉਣ ਵਾਲੇ, ਸਾਡੀ ਸੋਚ, ਸਾਡੀਆਂ ਲੋੜਾਂ, ਸਾਡੀਆਂ ਭੁੱਖਾਂ, ਇੱਛਾਵਾਂ, ਮੰਗਾਂ ਬਹੁਤ ਵਾਰੀ ਸਰੀਰਾਂ ਦੇ ਪੱਧਰ ਤੱਕ ਹੀ ਸੀਮਤ ਰਹਿੰਦੀਆਂ ਨੇ ਤੇ ਸਰੀਰਾਂ ਦੀ ਸੀਮਾ ਤੱਕ ਹੀ ਜਿਉਂਦੇ ਜਿਉਂਦੇ ਅਸੀਂ ਇਹ ਭੁੱਲ ਜਾਂਦੇ ਹਾਂ ਕਿ ਇਸ ਸਰੀਰ ਤੋਂ ਉੱਪਰ ਵੀ ਕੋਈ ਸਾਡੇ ਜੀਵਨ ਦੇ ਅੰਦਰ ਖੇਡ ਵਾਪਰਦੀ ਹੈ ਜਿਹੜੀ ਮਨ ਦੇ ਪੱਧਰ 'ਤੇ ਹੈ, ਮਤ ਦੇ ਪੱਧਰ 'ਤੇ ਹੈ, ਯਾਦ ਸ਼ਕਤੀ ਦੇ ਪੱਧਰ 'ਤੇ ਹੈ, ਵਿਚਾਰ ਸ਼ਕਤੀ ਦੇ ਪੱਧਰ 'ਤੇ ਹੈ। ਅਸਲ ਵਿੱਚ ਜੀਵਨ ਨੂੰ ਮਾੜੇ ਚੰਗੇ ਨਤੀਜਿਆਂ ਦਾ ਭਾਗੀ ਬਣਾਉਣ ਵਾਸਤੇ ਉਹ ਹੀ ਮਨ ਤੇ ਉਹ ਹੀ ਮਤ ਜ਼ਿੰਮੇਵਾਰ ਹੁੰਦੀ ਹੈ। ਮਨ ਨੂੰ, ਮਤ ਨੂੰ ਜਿਹੜੀ ਵਾਹਿਗੁਰੂ ਵੱਲੋਂ ਸਾਨੂੰ ਮਿਲੀ ਹੋਈ ਸ਼ਕਤੀ ਹੈ, ਜੇ ਬੇਸੰਜਮੇ ਤਰੀਕੇ ਨਾਲ ਵਰਤਿਆ ਜਾਵੇ, ਲਾਪਰਵਾਹ ਹੋ ਕੇ ਵਰਤਿਆ ਜਾਵੇ, ਨਾ ਸਮਝੀਆਂ ਦੇ ਵਿੱਚ ਵਿਕਾਰੀ ਬਿਰਤੀਆਂ ਦੇ ਪ੍ਰਭਾਵ ਦੇ ਅਧੀਨ ਇਹਨਾਂ ਵਾਹਿਗੁਰੂ ਜੀ ਵੱਲੋਂ ਮਿਲੀਆਂ ਹੋਈਆਂ ਤਾਕਤਾਂ ਨੂੰ ਵਰਤਿਆ ਜਾਵੇ ਤਾਂ ਨਤੀਜੇ ਚਿੰਤਾਤੁਰ ਕਰਨ ਵਾਲੇ, ਜੀਵਨ ਨੂੰ ਭੈਭੀਤ ਕਰਨ ਵਾਲੇ, ਨਿਰਾਸ਼ ਉਦਾਸ ਕਰਨ ਵਾਲੇ ਬਣੇ ਰਹਿੰਦੇ ਨੇ। ਜ਼ਿੰਦਗੀ ਦੇ ਵਿੱਚ ਅਸੀਂ ਬਾਰ-ਬਾਰ ਇਹਨਾਂ ਲਾਪਰਵਾਹੀਆਂ ਕਰਕੇ, ਨਾ ਸਮਝੀਆਂ ਕਰਕੇ, ਬੇਸੰਜਮੇਪਣ ਕਰਕੇ, ਬੇਧਿਆਨੇਪਣ ਕਰਕੇ ਉਹ ਗੱਲਾਂ ਕਰਦੇ ਹਾਂ, ਉਸ ਤਰ੍ਹਾਂ ਦਾ ਵਰਤੋਂ ਵਿਹਾਰ ਕਰਦੇ ਹਾਂ, ਉੱਦਾਂ ਦਾ ਅਸੀਂ ਸੋਚਦੇ, ਵਿਚਾਰਦੇ, ਦੇਖਦੇ, ਬੋਲਦੇ ਹਾਂ ਜਿਨ੍ਹਾਂ ਵਿੱਚੋਂ ਬਾਰ-ਬਾਰ ਨਤੀਜੇ ਪਛਤਾਵੇ ਵਾਲੇ, ਸ਼ਰਮਿੰਦਗੀ ਭਰੇ ਨਿਕਲਦੇ ਨੇ। ਤੌਬਾ ਵੀ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਮਾਫੀਆਂ ਵੀ ਮੰਗਣ ਵਾਲੇ ਪਾਸੇ ਤੁਰ ਪੈਨੇ ਆ, ਪਰ ਫਿਰ ਐਸਾ ਸਾਡਾ ਇੱਕ ਮਨ ਦਾ ਸੁਭਾਅ, ਮਤ ਦੇ ਉੱਤੇ ਪਰਦਾ ਪੈਣ ਦੀ ਬਿਰਤੀ ਹੁੰਦੀ ਕਿ ਫਿਰ ਉੱਥੇ ਹੀ ਜਾ ਕੇ ਡਿੱਗਦੇ ਹਾਂ ਜਿੱਥੋਂ ਸਾਨੂੰ ਸ਼ਰਮਿੰਦਗੀ ਪਛਤਾਵਾ ਝੱਲਣਾ ਪਿਆ। ਫਿਰ ਉਸੇ ਪਾਸੇ ਵੱਲ ਹੀ ਰੁਚਿਤ ਹੋ ਜਾਣ। ਇਹ ਖੜੋਤ ਬਣੀ ਰਹਿੰਦੀ ਹੈ।
ਜ਼ਿੰਦਗੀ ਦਾ ਨਿਸ਼ਚਿਤ ਸਮਾਂ ਗੁਜ਼ਰ ਜਾਂਦਾ, ਜੀਵਨ ਦੇ ਇਹਨਾਂ ਦੁਖਦਾਈ ਨਤੀਜਿਆਂ ਵਿੱਚੋਂ ਨਿਕਲ ਨਹੀਂ ਪਾਉਂਦੇ। ਇਸੇ ਨੂੰ ਹੀ ਆਖਿਆ ਵਿਅਰਥ ਚਲੀ ਗਈ ਜ਼ਿੰਦਗੀ, ਨਾ ਜਾਵੇ। ਚਲੀ ਜਾਂਦੀ ਹੈ ਤੇ ਵਾਹਿਗੁਰੂ ਜੀ ਜਿਹੜੇ ਜ਼ਿੰਦਗੀ ਦਾਤੇ ਨੇ, ਉਹ ਕਹਿੰਦੇ ਭਲਿਆ ਮੈਂ ਤੈਨੂੰ ਵਿਅਰਥ ਉਗਾਉਣ ਵਾਸਤੇ ਨਹੀਂ ਸੀ ਦਿੱਤੀ ਜ਼ਿੰਦਗੀ। ਇੱਦਾਂ ਬੇਧਿਆਨੇ ਹੋ ਕੇ, ਬੇਸੰਜਮੇ ਹੋ ਕੇ, ਲਾਪਰਵਾਹ ਹੋ ਕੇ ਜਿਉਣ ਵਾਸਤੇ ਨਹੀਂ ਸੀ ਦਿੱਤਾ ਤੈਨੂੰ ਇਹ ਅਨਮੋਲ ਜ਼ਿੰਦਗੀ ਦਾ ਸਮਾਂ। ਗੱਲ ਨਹੀਂ ਬਣੀ, ਚੱਲ ਫੇਰ, ਅਜੇ ਫੇਰ ਚੱਲ, ਫੇਰ ਤੈਨੂੰ ਮੌਕਾ, ਫੇਰ ਤੈਨੂੰ ਮੌਕਾ। ਸੰਭਲ, ਮੈਂ ਤੈਨੂੰ ਵਿਚਾਰ ਸ਼ਕਤੀ ਦਿੱਤੀ ਮਨ ਦੇ ਰੂਪ ਵਿੱਚ, ਫੁਰਨਿਆਂ ਦਾ, ਸੰਕਲਪਾਂ ਵਿਕਲਪਾਂ ਦਾ ਏਡਾ ਵੱਡਾ ਸਮਰੱਥ ਤੈਨੂੰ ਇਹ ਖਜ਼ਾਨਾ ਦਿੱਤਾ, ਦਾਤ ਦਿੱਤੀ, ਫਿਰ ਤੈਨੂੰ ਮੱਤ ਦਿੱਤੀ, ਸਮਝ ਦਿੱਤੀ। ਇਹਨੂੰ ਕਿਉਂ ਨਹੀਂ ਵਰਤਦਾ? ਇਹਨੂੰ ਵਰਤ ਕੇ ਕਿਉਂ ਆਪਣੀ ਪੜਚੋਲ ਨਹੀਂ ਕਰਦਾ? ਕਿਉਂ ਆਪਣੇ ਮਾੜੇ ਚੰਗੇ ਵਿਚਾਰਾਂ ਦਾ, ਕਰਮਾਂ ਦਾ, ਵਿਹਾਰ ਦਾ ਲੇਖਾ ਜੋਖਾ ਕਰਨ ਦੀ ਕਿਉਂ ਨਹੀਂ ਆਦਤ ਪਕਾਉਂਦਾ? ਤੈਨੂੰ ਬਾਰ-ਬਾਰ ਜੋ ਪਛਤਾਉਣਾ ਪੈਂਦਾ ਹੈ, ਸ਼ਰਮਿੰਦੇ ਹੋਣਾ ਪੈਂਦਾ ਹੈ, ਕਦੀ ਆਪ ਦੁਖੀ ਹੋਣਾ, ਕਦੀ ਦੂਜਿਆਂ ਨੂੰ ਦੁਖੀ ਕਰਦਾ, ਮਰਨ ਮਰਾਉਣ ਵਾਲੇ ਪਾਸੇ ਤੁਰਿਆ ਰਹਿਣਾ। ਤੇਰੇ ਜੀਵਨ ਦੇ ਵਿੱਚ ਤੈਨੂੰ ਪਤਾ ਨਹੀਂ ਲੱਗਦਾ ਕਿ ਮੈਂ ਤੈਨੂੰ ਸਾਜ ਕੇ ਤੇਰੇ ਤੋਂ ਵੱਖ ਨਹੀਂ, ਤੇਰੇ ਅੰਦਰ ਨਿਵਾਸ ਬਣਾ ਕੇ ਬੈਠਾ। ਕਿਉਂ ਨਹੀਂ ਤੂੰ ਮੇਰੇ ਨਾਲ ਪਛਾਣ ਬਣਾਉਂਦਾ? ਕਿਉਂ ਨਹੀਂ ਤੈਨੂੰ ਆਪਣੇ ਸਿਰਜਣਹਾਰ ਦੇ ਨਾਲ ਜੁੜਨ ਦਾ ਅੰਦਰ ਚਾਉ ਪੈਦਾ ਹੁੰਦਾ? ਕਿਉਂ ਨਹੀਂ ਭੁੱਖ ਪੈਦਾ ਹੁੰਦੀ? ਕਿਉਂ ਨਹੀਂ ਤੇਰੇ ਅੰਦਰ ਇਹ ਜਗਿਆਸਾ ਪੈਦਾ ਹੁੰਦੀ ਕਿ ਕੀ ਮੇਰਾ ਜੀਵਨ ਜਿਹੜਾ ਹੈ ਉਹ ਖਾਣ ਪੀਣ ਤੱਕ, ਪਹਿਨਣ ਤੱਕ, ਦੁਨੀਆ ਦੇ ਰੰਗ ਤਮਾਸ਼ਿਆਂ ਵਿੱਚ, ਜਾਂ ਦੁਨੀਆ ਦੀ ਪਰਵਾਹ ਕਰਦੇ ਆ, ਫਲਾਣਾ ਕੀ ਆਖੇਗਾ, ਫਲਾਣਾ ਕੀ ਆਖੇਗਾ, ਉਹਨੇ ਕੀ ਆਖ ਦਿੱਤਾ, ਉਹਨੇ ਕੀ ਆਖ ਦਿੱਤਾ, ਕਦੀ ਨਿੰਦਿਆ ਦੇ ਜੰਜਾਲ ਵਿੱਚ, ਕਦੀ ਉਸਤਤ ਦੇ, ਕਦੀ ਮਾਨ ਅਪਮਾਨ ਦੇ ਚੱਕਰ ਵਿੱਚ ਹੀ ਤੂੰ ਦੁਨੀਆ ਦੀ ਭੀੜ ਵਿੱਚ ਗੁਆਚਿਆ ਰਹਿਣਾ। ਭਲਿਆ ਕਦੀ ਇਹ ਤੋਂ ਬਾਹਰ ਨਿਕਲ, ਆਪਣੇ ਆਪ ਨਾਲ ਬੈਠ, ਆਪਣੇ ਆਪ ਨਾਲ ਗੱਲਾਂ ਕਰ, ਆਪਣੇ ਵਿਚਾਰਾਂ ਦਾ, ਆਪਣੇ ਕਰਮਾਂ ਦਾ ਲੇਖਾ ਜੋਖਾ ਕਰ। ਕਿਉਂ ਮਾੜੇ ਨਤੀਜੇ ਨਿਕਲਦੇ ਨੇ? ਕਿਉਂ ਪਛਤਾਵਾ ਹੁੰਦਾ ਹੈ? ਕਿਉਂ ਦੁਖੀ ਹੋਣਾ? ਮੈਂ ਨਹੀਂ ਹੋਣਾ ਚਾਹੁੰਦਾ, ਪਰ ਫਿਰ ਵੀ ਹੋਣਾ, ਕੋਈ ਕਾਰਨ ਤੇ ਹੋਏਗਾ ਨਾ। ਇਹਨੂੰ ਸਮਝ, ਇਹਨੂੰ ਵਿਚਾਰ। ਔਰ ਜਦੋਂ ਤੂੰ ਇਸ ਪਾਸੇ ਵੱਲ ਆਪਣੀ ਮਨੋ ਅਵਸਥਾ ਬਣਾਏਗਾ, ਯਾਦ ਰੱਖ ਉਹ ਕਰਤਾ ਪੁਰਖ ਵਾਹਿਗੁਰੂ ਇਸ ਪੱਖੋਂ ਬਹੁਤ ਬਖਸ਼ਿੰਦ ਨੇ। ਜਦੋਂ ਤੈਨੂੰ ਆਪਣੇ ਆਪੇ ਦੀ ਪੜਚੋਲ ਕਰਦਿਆਂ ਆਪਣੇ ਜੀਵਨ ਦਾ ਸਹੀ ਮਕਸਦ ਸਮਝ ਆਵੇਗਾ ਤੇ ਉਸ ਮਕਸਦ ਦੀ ਪੂਰਤੀ ਲਈ ਤੇਰੇ ਅੰਦਰ, ਜਿਹਨੇ ਇਸ ਮਕਸਦ ਨੂੰ ਪੂਰਿਆਂ ਕਰਕੇ ਆਪਣੇ ਰੱਬ ਰੂਪ ਹੋਣ ਦਾ ਅਹਿਸਾਸ ਕਰ ਲਿਆ, ਫਿਰ ਉਹਨਾਂ ਕੋਲ ਬੈਠਣ ਦਾ, ਉਹਨਾਂ ਗਿਆਨ ਦਾਤਿਆਂ ਦਾ, ਗਿਆਨ ਦੀ ਕਮਾਈ ਕਰਨ ਵਾਲੇ ਬ੍ਰਹਮਵੇਤਾ ਪੁਰਸ਼ਾਂ ਦਾ ਸੰਗ ਕਰਨ ਦਾ ਚਾਉ ਪੈਦਾ ਹੋਏਗਾ। ਤੇ ਬਸ ਇਹੋ ਹੀ ਉਹ ਜੁਗਤ ਹੈ ਜਿਸ ਨੇ ਤੈਨੂੰ ਜੀਵਨ ਵਿੱਚ ਸਦੀਵੀ ਆਨੰਦ ਦਾ ਅਧਿਕਾਰੀ ਬਣਾਉਣਾ ਹੈ। ਤੈਨੂੰ ਆਪਣੇ ਰੱਬ ਰੂਪ ਹੋਣ ਦਾ, ਜੋਤ ਰੂਪ ਹੋਣ ਦਾ ਅਹਿਸਾਸ ਕਰਾ ਕੇ, ਇਸ ਮਕਸਦ ਦੀ ਜੀਵਨ ਮੰਤਵ ਦੀ ਪੂਰਤੀ ਕਰਾ ਕੇ ਸਦਾ ਵਾਸਤੇ ਆਵਾਗਾਉਣ ਤੋਂ ਮੁਕਤ ਕਰ ਦੇਣਾ। ਇਸੇ ਕਰਕੇ ਤੈਨੂੰ ਇਹ ਮਨੁੱਖਾ ਜਨਮ ਮਿਲਿਆ। ਹੁਣ ਮਹਾਰਾਜ ਕਹਿੰਦੇ, ਮੈਂ ਤੁਹਾਨੂੰ ਬਾਰ-ਬਾਰ ਜਦੋਂ ਇਹ ਗੁਰਮਤਿ ਜੁਗਤ ਦ੍ਰਿੜ ਕਰਾਉਣ ਦੇ ਲਈ, ਕਰਨ ਦੇ ਲਈ ਪ੍ਰੇਰਨਾ ਦਿੰਦਾ, ਆਵਾਜ਼ਾਂ ਮਾਰਦਾ, ਤੁਹਾਡੇ ਜੀਵਨ ਵਿੱਚ, ਤੁਹਾਡੀ ਝੋਲੀ ਵਿੱਚ ਇਹ ਬਾਣੀ ਪਾਈ, ਬਾਣੀ ਨਾਲ ਜੁੜਨ ਵਾਲਿਆਂ ਦਾ ਇਹ ਸਤਸੰਗੀ ਅਸਥਾਨ, ਧਰਮਸ਼ਾਲ, ਗੁਰਦੁਆਰਾ ਦਿੱਤਾ। ਇੱਥੇ ਆ ਕੇ ਸਤਸੰਗੀ ਬੈਠਦੇ ਨੇ ਤੇ ਫਿਰ ਇੱਥੇ ਆਉਂਦਿਆਂ ਆਪਣੇ ਆਪ ਨੂੰ ਪੜਚੋਲਣ ਦੀ, ਆਪਣੇ ਆਪ ਨਾਲ ਗੱਲਾਂ ਕਰਨ ਦੀ, ਆਪਣੇ ਆਪ ਨਾਲ ਬੈਠਣ ਦੀ ਆਦਤ ਕਿਉਂ ਨਹੀਂ ਪੈਂਦੀ? ਕਿਉਂ ਭੱਜਦਾ ਆਪਣੇ ਆਪ ਤੋਂ? ਕਿਉਂ ਆਪਣੀ ਇਕੱਲਤਾ ਤੋਂ ਉਕਤਾਉਣਾ? ਕਿਉਂ ਹਮੇਸ਼ਾ ਦੁਨੀਆ ਦੀ ਭੀੜ ਵਿੱਚ ਗੁਆਚ ਕੇ ਦੁਨੀਆ ਵਰਗਾ ਬਣਨ ਦੀ ਤੇਰੇ ਅੰਦਰ ਭੁੱਖ ਬਣੀ ਰਹਿੰਦੀ ਹੈ? ਨਾ, ਇਹ ਦੁਨੀਆ ਦੀ ਭੀੜ ਚੋਂ ਨਿਕਲ, ਇਹ ਬੇਸੰਜਮਿਆਂ ਅਗਿਆਨੀਆਂ ਦੀ, ਕੁਚੱਜੀ ਮੱਤ ਵਾਲਿਆਂ ਦੀ ਭੀੜ ਚੋਂ ਆਪਣੇ ਆਪ ਨੂੰ ਕੱਢ। ਇਹ ਸਤਸੰਗੀ ਜਿਹੜੇ ਨੇ ਨਾ,
ਇਹ ਭੀੜ ਨਹੀਂ ਹੈ, ਇਹ ਗੁਰੂ ਦਾ ਦਰਬਾਰ ਐਵੇਂ ਆਮ ਬੰਦਿਆਂ ਦੇ ਮਿਲ ਬੈਠਣ ਵਾਲਾ ਮੇਲਾ ਨਹੀਂ ਹੈ, ਇਹ ਜੋੜ ਮੇਲਾ ਹੈ। ਇੱਥੇ ਟੁੱਟੇ ਹੋਏ ਜਿਹੜੇ ਨੇ ਉਹ ਜੁੜਨਾ ਸਿੱਖਦੇ ਨੇ। ਇਹ ਟੁੱਟਿਆਂ ਹੋਇਆਂ ਨੂੰ, ਵਿਛੜਿਆਂ ਹੋਇਆਂ ਨੂੰ ਆਪਣੇ ਜੀਵਨ ਦੇ ਸਿਰਜਣਹਾਰ, ਪ੍ਰਤਪਾਲਕ, ਰੱਖਿਅਕ ਨਾਲ ਮਿਲਾਉਣ ਦੀ ਇੱਕ ਸੁਭਾਗੀ ਥਾਂ ਹੈ। ਤੇ ਇੱਥੇ ਆ ਕੇ ਕੀ ਗ੍ਰਹਿਣ ਕਰਨਾ ਹੈ, ਕੀ ਤਿਆਗਣਾ ਹੈ, ਉਹ ਗ੍ਰਹਿਣ ਕੀਤਾ ਗਿਆ ਕਿ ਨਹੀਂ ਕੀਤਾ ਗਿਆ, ਤਿਆਗਿਆ ਗਿਆ ਕਿ ਨਹੀਂ ਤਿਆਗਿਆ ਗਿਆ, ਕਿ ਇੱਥੇ ਪੜ੍ਹ ਕੇ, ਸੁਣ ਕੇ, ਸੁਣਾ ਕੇ, ਗਾ ਕੇ, ਵਿਚਾਰ ਕੇ ਫਿਰ ਉੱਥੇ ਜਾ ਕੇ ਅਸੀਂ ਦੁਨੀਆ ਦੀ ਭੀੜ 'ਚ ਗੁਆਚ ਜਾਂਦੇ ਹਾਂ। ਇਹਦਾ ਲੇਖਾ ਜੋਖਾ ਕੌਣ ਕਰੇਗਾ? ਜਦੋਂ ਮੈਂ ਸਤਸੰਗ ਵਿੱਚ ਨਹੀਂ ਸੀ ਆਇਆ, ਜਦੋਂ ਮੈਂ ਬਾਣੀ ਨਹੀਂ ਸੀ ਪੜ੍ਹੀ, ਸੁਣੀ, ਸੁਣਾਈ, ਵਿਚਾਰੀ, ਉਦੋਂ ਮੈਂ ਕਿੱਦਾਂ ਦੀ ਸੀ, ਕਿੱਦਾਂ ਦਾ ਸੀ। ਤੇ ਹੁਣ ਇੱਥੇ ਇਸ ਸਤਸੰਗੀਆਂ ਦੇ ਨਾਲ ਬਿਤਾਈਆਂ ਸਤਸੰਗੀ ਘੜੀਆਂ ਤੋਂ ਬਾਅਦ ਮੇਰੇ ਸੋਚਣ, ਵਿਚਾਰਨ, ਦੇਖਣ, ਸੁਣਨ, ਬੋਲਣ ਵਿੱਚ, ਮੇਰੇ ਵਰਤੋਂ ਵਿਹਾਰ 'ਚ ਕੋਈ ਤਬਦੀਲੀ ਆਈ ਕਿ ਨਹੀਂ ਆਈ? ਪੜ੍ਹ ਤੇ ਲਿਆ, ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤਤ, ਪਰ ਇਹ ਗੁਣ ਚੰਗਿਆਈਆਂ ਤਤ ਦਾ ਮੇਰੇ ਜੀਵਨ ਵਿੱਚ, ਮੇਰੇ ਬੋਲਣ ਵਿੱਚ, ਦੇਖਣ, ਸੁਣਨ ਦੇ ਵਿੱਚ, ਵਰਤੋਂ ਵਿਹਾਰ 'ਚ ਕੋਈ ਅਸਰ, ਪ੍ਰਭਾਵ ਕੋਈ ਨਜ਼ਰ ਆ ਰਿਹਾ ਕਿ ਨਹੀਂ ਆ ਰਿਹਾ? ਮੈਂ ਜੋ ਨਿੱਕੀ ਨਿੱਕੀ ਗੱਲ ਤੇ ਇੱਕ ਦੂਜੇ ਨੂੰ ਝਈਆਂ ਲੈ ਲੈ ਪੈਂਦੇ ਹਾਂ ਅਸੀਂ, ਤੇ ਫਿਰ ਬੋਲ ਕਬੋਲ ਬੋਲਦੇ ਹਾਂ, ਆਪ ਦੁਖੀ ਹੁੰਦੇ ਹਾਂ, ਦੂਜਿਆਂ ਨੂੰ ਦੁਖੀ ਕਰਦੇ ਹਾਂ, ਬਾਅਦ ਵਿੱਚ ਫਿਰ ਪਛਤਾਉਂਦੇ ਹਾਂ, ਨਹੀਂ ਸੀ ਕਹਿਣਾ ਚਾਹੀਦਾ, ਕਿਹਾ ਗਿਆ। ਮਹਾਰਾਜ ਕਹਿੰਦੇ ਫਿਰ ਸੋਚ ਕੇ, ਥੋੜ੍ਹਾ ਜਿਹਾ ਵਿਚਾਰ ਕੇ ਇਹਨੂੰ ਵਸ ਵਿੱਚ ਕਰਨ ਦਾ ਯਤਨ ਕਰੋ। ਅੱਜ ਦਾ ਇਹ ਪਾਵਨ ਬਚਨ ਇਸੇ ਪ੍ਰਥਾਏ ਹੈ। ਮੈਂ ਬੇਨਤੀ ਕਰ ਰਿਹਾ ਸੀ ਕਿ ਇਹ ਕਰਹਲਾ ਲਫ਼ਜ਼ ਮਹਾਰਾਜ ਨੇ ਪ੍ਰਮਾਣ ਵਜੋਂ ਵਰਤਿਆ ਹੈ। ਊਠ ਦੇ ਬੱਚੇ ਦਾ ਪ੍ਰਮਾਣ ਦੇ ਕੇ ਸਾਨੂੰ ਸਾਡੇ ਮਨ ਦੇ ਸੁਭਾਅ ਦਾ ਬੋਧ ਕਰਵਾਉਂਦੇ ਹਾਂ। ਇਸ ਮਨ ਦੇ ਸੁਭਾਅ ਨੂੰ ਬੇਸੰਜਮੇਪਣ ਚੋਂ ਸੰਜਮ ਵਿੱਚ ਕਿਵੇਂ ਲਿਆਉਣਾ, ਉਹਦੀ ਯੁਕਤ ਸਮਝਾਈ ਹੈ। ਹੁਣ ਊਠ ਦੇ ਬੱਚੇ ਦੀ ਜਦੋਂ ਮਿਸਾਲ ਦਿੰਦੇ ਨੇ, ਉਹਦਾ ਕਾਰਨ ਹੈ। ਹੁਣ ਊਠ ਆਪਣੇ ਆਪ ਦੇ ਵਿੱਚ ਬੜਾ ਸ਼ਕਤੀਸ਼ਾਲੀ, ਸਮਰੱਥ ਪਸ਼ੂ ਹੈ, ਰੇਗਿਸਤਾਨ ਦਾ ਜਾਨਵਰ ਹੈ, ਬੜੇ ਕੰਮ ਸਵਾਰਦਾ ਹੈ ਮਨੁੱਖਾਂ ਦੇ, ਬੜੀਆਂ ਖੂਬੀਆਂ ਨੇ ਉਹਦੇ ਵਿੱਚ। ਪਰ ਉਸ ਦੀ ਉਹ ਤਾਕਤ, ਉਹਦੀ ਉਹ ਸਮਰੱਥਾ ਤਾਂ ਹੀ ਲਾਹੇਵੰਦੀ ਹੁੰਦੀ ਹੈ ਮਨੁੱਖਾਂ ਵਾਸਤੇ, ਜਦੋਂ ਉਸ ਦੇ ਨੱਕ ਵਿੱਚ ਨਕੇਲ ਪਾ ਕੇ ਉਹਨੂੰ ਠੀਕ ਢੰਗ ਨਾਲ ਵਰਤਣਾ ਆ ਜਾਏ। ਜੇ ਉਸ ਦੇ ਨੱਕ ਵਿੱਚ ਨਕੇਲ ਪਾ ਕੇ ਉਹਦੀ ਸ਼ਕਤੀ ਤੇ, ਉਹਦੇ ਸਰੀਰ ਤੇ ਵਸੀਕਰਨ ਨਾ ਬਣਾਇਆ ਜਾਵੇ, ਬੜਾ ਨੁਕਸਾਨ ਵੀ ਕਰ ਸਕਦਾ ਹੈ। ਕੋਈ ਵੀ ਚੀਜ਼ ਇਸ ਸੰਸਾਰ ਦੇ ਵਿੱਚ ਜਿੰਨੀ ਮਰਜ਼ੀ ਚੰਗੀ ਹੋਵੇ, ਜੇ ਉਸ ਨੂੰ ਸੰਜਮਮਈ ਤਰੀਕੇ ਨਾਲ ਵਰਤਿਆ ਨਹੀਂ ਜਾਂਦਾ, ਉਹਦੇ ਨੁਕਸਾਨ ਵੀ ਬਹੁਤ ਹੁੰਦੇ ਨੇ। ਮੈਂ ਉਹਦੀ ਵਿਆਖਿਆ ਵਿੱਚ ਨਹੀਂ ਜਾਣਾ। ਆ ਗੁਰੂ ਅਸਥਾਨ ਵੀ ਜਿਹੜੇ ਨੇ ਬਹੁਤ ਜ਼ਿਆਦਾ ਲਾਹੇਵੰਦੇ ਸਾਡੇ ਲਈ। ਗੁਰੂ ਦੁਆਰਾ ਹੋਏ ਸੋਝੀ ਪਾਈ ਸੀ, ਏਤ ਦੁਆਰਾ ਧੋਏ ਹੱਛਾ ਹੋਏ ਸੀ ਦਾ ਸੰਦੇਸ਼ ਇਹਨਾਂ ਗੁਰਦੁਆਰਿਆਂ ਬਾਰੇ ਗੁਰੂ ਸਾਹਿਬ ਨੇ ਬਾਣੀ ਵਿੱਚ ਅੰਕਿਤ ਕੀਤਾ ਹੈ। ਪਰ ਇਹੋ ਹੀ ਗੁਰੂਦੁਆਰੇ ਜੇ ਸਾਡੀਆਂ ਬੇਸੰਜਮੀਆਂ ਬਿਰਤੀਆਂ ਦੇ ਅਧੀਨ ਇੱਥੇ ਸਾਡੇ ਵਰਤੋਂ ਵਿਹਾਰ ਦੇ ਵਿੱਚ ਅਸੀਂ ਬੈਠੀਏ, ਵਿਚਾਰੀਏ, ਇਹਨਾਂ ਨੂੰ ਵਰਤੀਏ ਗੁਰਦੁਆਰਿਆਂ ਨੂੰ, ਤੇ ਫਿਰ ਜੋ ਹੋ ਰਿਹਾ, ਜੋ ਹੁੰਦਾ, ਉਹਦਾ ਸਾਨੂੰ ਸਾਰਿਆਂ ਨੂੰ ਪਤਾ ਹੈ। ਮਹਾਰਾਜ ਕਹਿੰਦੇ ਇਹ ਜਿਹੜਾ ਊਠ ਜਾਨਵਰ ਹੈ ਬਹੁਤ ਤਾਕਤਵਰ ਹੈ, ਪਰ ਇਹਦੀ ਤਾਕਤ ਉਸ ਵੇਲੇ ਹੀ ਲਾਹੇਵੰਦੇ ਨਤੀਜਿਆਂ ਵਾਲੀ ਬਣਦੀ ਹੈ ਜਦੋਂ ਇਹਦੇ ਨੱਕ 'ਚ ਨਕੇਲ ਪਾਈ ਜਾਵੇ, ਇਹਨੂੰ ਸੁਚੱਜੇ ਢੰਗ ਨਾਲ ਵਰਤਿਆ ਜਾਵੇ, ਨਹੀਂ ਤੇ ਨੁਕਸਾਨ ਕਰ ਸਕਦਾ। ਹੁਣ ਕਰਹਲਾ ਊਠ ਦਾ ਬੱਚਾ ਜਿਹੜਾ ਹੈ, ਉਸ ਨੂੰ ਜੰਮਦੇ ਸਾਰ ਨਕੇਲ ਨਹੀਂ ਪਾਉਂਦੇ, ਨਾ ਹੀ ਉਸ ਨੂੰ ਉਹਦੇ ਬਚਪਨ ਦੇ ਸਮੇਂ ਵਿੱਚ ਕਿਸੇ ਕੰਮ ਲਈ ਵਰਤਿਆ ਜਾਂਦਾ ਹੈ। ਬੱਚਾ ਹੈ,
ਇਸ ਕਰਕੇ ਭੱਜਦਾ ਫਿਰਦਾ, ਨੱਚਦਾ ਟੱਪਦਾ, ਮਸਤੀਆਂ ਕਰਦਾ। ਊਠ ਦਾ ਮਾਲਕ ਦੇਖਦਾ ਹੈ ਬੱਚੇ ਨੂੰ, ਉਡੀਕਦਾ ਹੈ ਕਦੋਂ ਇਹਨੇ ਵੱਡਾ ਹੋਣਾ, ਮੇਰੇ ਕੰਮ ਦੇ ਯੋਗ ਹੋਣਾ, ਇਹਨੂੰ ਖੇਡ ਲੈਣ ਦਿਓ, ਫਿਰ ਲੈਣ ਦਿਓ, ਪਰ ਇਸ ਨੂੰ ਵਾਚਣਾ, ਇਹਦੇ ਤੇ ਨਿਗਾਹ ਰੱਖਣੀ ਹੈ। ਜਦੋਂ ਇਹ ਮੇਰੀਆਂ ਲੋੜਾਂ ਦੀ ਪੂਰਤੀ ਦੇ ਲਈ ਸਮਰੱਥ ਹੋ ਗਿਆ, ਯੋਗ ਹੋ ਗਿਆ, ਫਿਰ ਮੈਂ ਇਹਦੇ ਨੱਕ 'ਚ ਨਕੀਲ ਪਾ ਲੈਣੀ। ਇਹਦੀ ਚੰਚਲਤਾ ਨੂੰ, ਇਹਦੀਆਂ ਇੱਧਰ ਉੱਧਰ ਟਪੂਸੀਆਂ ਮਾਰਨ ਨੂੰ ਮੈਂ ਕੰਟਰੋਲ ਵਿੱਚ ਕਰਨਾ ਹੈ, ਵੱਸ ਵਿੱਚ ਕਰਨਾ ਹੈ। ਅਤੇ ਜਦੋਂ ਕਰ ਲੈਂਦਾ, ਨੱਕ ਵਿੱਚ ਨਕੇਲ ਪਾ ਲੈਂਦਾ, ਫਿਰ ਉਹ ਹੀ ਚੰਚਲ ਟਪੂਸੀਆਂ ਮਾਰਨ ਵਾਲਾ ਊਠ ਦਾ ਬੱਚਾ ਮਾਲਕ ਦੇ ਵੱਸ ਵਿੱਚ ਆ ਕੇ ਜਿੱਦਾਂ ਮਾਲਕ ਚਾਹੁੰਦਾ ਉੱਦਾਂ ਕੰਮ ਕਰਨ ਲੱਗ ਜਾਂਦਾ। ਫਿਰ ਸਾਰੀ ਜ਼ਿੰਦਗੀ ਉਹ ਮਾਲਕ ਦਾ ਕੰਮ ਸਵਾਰਦਾ ਹੈ। ਗੁਰੂਦੇਵ ਸਾਨੂੰ ਸਮਝਾਉਂਦੇ, ਓਏ ਮਨੁੱਖ ਕਹਾਉਣ ਵਾਲਿਓ, ਇਹ ਜਿਹੜੀ ਤੁਹਾਨੂੰ ਮਨ ਰੂਪੀ ਸ਼ਕਤੀ ਦਿੱਤੀ ਹੈ ਨਾ, ਇਹ ਵੀ ਊਠ ਦੇ ਬੱਚੇ ਵਰਗੀ ਹੋਈ ਹੈ, ਚੰਚਲ ਹੈ। ਇਹਦੀ ਬਿਰਤੀ ਦੇ ਵਿੱਚ ਖਿੰਡਾਓ ਪਿਆ ਹੈ, ਇਹਦੀ ਬਿਰਤੀ ਦੇ ਵਿੱਚ ਵਿਕਾਰੀ ਬਿਰਤੀਆਂ ਵੱਲ ਰੁਚਿਤ ਹੋਣ ਦਾ ਅੰਦਰ ਅੰਸ਼ ਪਿਆ। ਬਹੁਤ ਛੇਤੀ ਇਹ ਮਾੜੇ ਪਾਸੇ ਜਾਂਦਾ, ਬਹੁਤ ਛੇਤੀ ਇਹ ਦੁਨੀਆ ਦੇ ਖਿੰਡਾਓ ਵਾਲੇ ਰੰਗ ਤਮਾਸ਼ਿਆਂ ਵੱਲ ਰੁਚਿਤ ਹੁੰਦਾ ਹੈ। ਜੇ ਇਹਨੂੰ ਕਾਬੂ ਕਰਨਾ ਨਹੀਂ ਸਿੱਖੋਗੇ, ਇਹਦੇ ਨਾਲ ਮਿਲ ਬੈਠਣਾ ਨਹੀਂ ਸਿੱਖੋਗੇ, ਇਹਦੇ ਉੱਤੇ ਆਪਣੀ ਮਤ ਦੀ, ਅਕਲ ਦੀ ਨਿਗਾਹ ਨਹੀਂ ਰੱਖੋਗੇ, ਔਰ ਉਸ ਮਤ ਨੂੰ ਗੁਰੂ ਦੀ ਮਤ ਨਾਲ ਜੋੜ ਕੇ ਗਿਆਨ ਰੂਪੀ ਨਕੇਲ ਇਸ ਮਨ ਰੂਪੀ ਊਠ ਦੇ ਬੱਚੇ 'ਤੇ ਨਹੀਂ ਪਾਓਗੇ, ਇਹ ਤੁਹਾਡੇ ਕਾਬੂ ਨਹੀਂ ਆਏਗਾ, ਅਤੇ ਫਿਰ ਤੁਹਾਡੇ ਜੀਵਨ ਵਿੱਚ ਉਹੋ ਹੀ ਕੁਝ ਕਰਾਏਗਾ ਜੋ ਤੁਹਾਡੇ ਲਈ ਸ਼ਰਮਿੰਦਗੀ ਅਤੇ ਪਛਤਾਵੇ ਵਾਲੇ ਨਤੀਜੇ ਕੱਢਦਾ ਹੈ। ਇਸ ਕਰਕੇ ਸਮੁੱਚੀ ਬਾਣੀ ਦੇ ਵਿੱਚ ਗੁਰੂਦੇਵ ਨੇ ਸਾਨੂੰ ਆਪਣਾ ਇਹ ਜੀਵਨ ਆਨੰਦਮਈ ਬਣਾਉਣ ਲਈ, ਮਸਤੀ ਭਰਿਆ ਬਣਾਉਣ ਲਈ ਜਿਹੜੀ ਜੁਗਤ ਸਮਝਾਈ ਹੈ ਨਾ, ਉਹ ਜੁਗਤ ਘੁੰਮਦੀ ਹੈ ਇਸ ਮਨ ਅਤੇ ਮਤ ਦੇ ਆਲੇ ਦੁਆਲੇ। ਬਾਰ-ਬਾਰ ਗੁਰੂਦੇਵ ਬਾਣੀ ਦੇ ਵਿੱਚ ਕਹਿੰਦੇ ਆ, ਭਲਿਆ ਮੈਂ ਜੋ ਕੁਛ ਵੀ ਕਹਿਣਾ ਨਾ, ਜੋ ਤੈਨੂੰ ਬਾਣੀ ਰੂਪ ਇਹ ਖਜ਼ਾਨਾ ਮੈਂ ਦਿੱਤਾ ਹੈ, ਇਹ ਬਹੁਤ ਕੀਮਤੀ ਤੇਰੇ ਕੰਮ ਆਉਣ ਵਾਲਾ ਹੈ। ਤੂੰ ਇਸ ਨੂੰ ਜੇ ਵਰਤਣਾ ਸਿੱਖ ਲਵੇਂ, ਆਪਣੇ ਜੀਵਨ ਵਿੱਚ ਇਹਦੇ ਅਨੁਸਾਰ ਜੀਵਨ ਜਿਉਣਾ ਸਿੱਖ ਲਵੇਂ, ਯਾਦ ਰੱਖੀ ਮੇਰਾ ਵਾਅਦਾ ਹੈ ਤੇਰੇ ਨਾਲ, ਤੇਰਾ ਜੀਵਨ ਵਾਹਿਗੁਰੂ ਜੀ ਵਾਂਗ ਆਨੰਦਮਈ ਬੇਪਰਵਾਹੀ ਵਾਲਾ ਹੋ ਜਾਏਗਾ। ਅੱਜ ਤੂੰ ਲਾਪਰਵਾਹੀ ਵਿੱਚ ਹੈ। ਜਿੱਦਣ ਤੈਨੂੰ ਆਪਣੇ ਮਨ ਦੀ ਪਰਵਾਹ ਕਰਨੀ ਆ ਗਈ, ਆਪਣੇ ਮਤ ਨੂੰ ਠੀਕ ਢੰਗ ਨਾਲ ਵਰਤਣਾ ਆ ਗਿਆ, ਤੇਰੀ ਲਾਪਰਵਾਹੀ ਜਿਹੜੀ ਹੈ ਨਾ, ਇਹ ਬੇਪਰਵਾਹੀ ਵਿੱਚ ਬਦਲ ਜਾਏਗੀ। ਬੇਪਰਵਾਹੀ ਦਾ ਮਤਲਬ ਜਿੱਥੇ ਫਿਰ ਕੋਈ ਡਰ ਨਹੀਂ, ਕੋਈ ਦੁੱਖ ਨਹੀਂ, ਕੋਈ ਚਿੰਤਾ ਨਹੀਂ, ਮੌਤ ਦੀ ਵੀ ਪਰਵਾਹ ਨਹੀਂ, ਬਸ ਆਪਣੇ ਰੱਬ ਰੂਪ ਹੋਣ ਦੀ ਪਰਵਾਹ, ਆਪਣੇ ਅੰਦਰ ਦੇ ਉਸ ਬ੍ਰਹਮ ਗਿਆਨ ਨਾਲ ਆਤਮਸਾਤ ਕਰਨ ਦੀ ਪਰਵਾਹ, ਧਿਆਨ ਉੱਥੇ, ਭੁੱਖ ਉਸ ਦੀ, ਪਿਆਸ ਉਸ ਦੀ। ਫਿਰ ਮਹਾਰਾਜ ਕਹਿੰਦੇ ਦੇਖੋ, ਜੇ ਮਨ ਇਸ ਪਾਸੇ ਲਾਉਣਾ ਆ ਗਿਆ ਨਾ, ਫਿਰ ਇਹ ਦੂਜੇ ਪਾਸੇ ਨਹੀਂ ਜਾਏਗਾ, ਕਿਉਂਕਿ ਜਦੋਂ ਇਹ ਦੂਜੇ ਪਾਸੇ ਜਾਣ ਲੱਗੇਗਾ, ਆ ਗਿਆਨ ਦੀ ਨਕੇਲ ਜਿਹੜੀ ਹੈ ਨਾ, ਇਹ ਫਿਰ ਉਸ ਨੂੰ ਮਾੜੇ ਪਾਸੇ ਜਾਣ ਤੋਂ ਰੋਕ ਲਏਗੀ। ਉੱਦਾਂ ਹੀ ਜਿਵੇਂ ਊਠ ਦਾ ਬੱਚਾ ਭਾਵੇਂ ਜਿੰਨਾ ਮਰਜ਼ੀ ਚੰਚਲ, ਜਿੰਨਾ ਮਰਜ਼ੀ ਟਪੂਸੀਆਂ ਮਾਰਨ ਵਾਲਾ ਹੋਵੇ, ਜਦੋਂ ਮਾਲਕ ਨੇ ਪਾ ਲਈ ਨਕੇਲ, ਫਿਰ ਉਹਦੇ ਮੁਤਾਬਕ ਚੱਲਣਾ ਉਸਨੇ। ਇੱਦਾਂ ਹੀ ਤੁਸੀਂ ਮਾਲਕ ਹੋ, ਜਿੱਦਾਂ ਵਰਤੋਂਗੇ ਆਪਣੇ ਜੀਵਨ ਦੀਆਂ ਇਹਨਾਂ ਵਾਹਿਗੁਰੂ ਜੀ ਵੱਲੋਂ ਮਿਲੀਆਂ ਹੋਈਆਂ ਸ਼ਕਤੀਆਂ ਨੂੰ, ਉੱਦਾਂ ਦਾ ਹੀ ਜੀਵਨ ਤੁਹਾਡਾ ਬਣ ਜਾਏਗਾ, ਉੱਦਾਂ ਦੀ ਤੁਹਾਡੀ ਅਵਸਥਾ ਬਣ ਜਾਏਗੀ, ਅਤੇ ਨਤੀਜੇ ਵੀ ਉਹੋ ਜਿਹੇ ਨਿਕਲਣਗੇ। ਇਸੇ ਕਰਕੇ ਮਹਾਰਾਜ ਨੇ ਆਖਿਆ, ਮਨਮੁਖ ਮਤ ਬਣੋ, ਇਹ ਮਨ ਦੀ ਚੰਚਲਤਾ ਵਾਲੇ ਪਾਸੇ ਨਾ ਜਾਓ, ਮਤ ਨੂੰ ਬੇਸੰਜਮਾ ਨਾ ਹੋਣ ਦਿਓ,
ਇਹਦੇ ਉੱਤੇ ਗੁਰੂ ਦੇ ਗਿਆਨ ਦੀ ਨਕੇਲ, ਗੁਰੂ ਦੇ ਗਿਆਨ ਦਾ ਕੁੰਡਾ ਰੱਖੋ ਹਮੇਸ਼ਾ। ਜਦੋਂ ਜਾਣ ਲੱਗੇ ਉਸੇ ਵੇਲੇ ਕੋਈ ਸ਼ਬਦ, ਬਾਣੀ ਦੀ ਕੋਈ ਤੁਕ ਇਸ ਮਨ ਨਾਲ ਪੜ੍ਹਨੀ, ਗਾਉਣੀ, ਵਿਚਾਰਨੀ ਸ਼ੁਰੂ ਕਰ ਦਿਓ। ਅੱਜ ਮਨ ਨਾਲ ਗੱਲਾਂ ਕਰਨ ਦੀਆਂ ਸੱਚੇ ਪਾਤਸ਼ਾਹ ਨੇ ਇਹ ਬਖਸ਼ਿਸ਼ ਭਰੀਆਂ ਕੜੀਆਂ ਸਾਨੂੰ ਬਖਸ਼ੀਆਂ। ਮਹਾਰਾਜ ਕਹਿੰਦੇ ਜੇ ਤੁਸੀਂ ਇਹ ਮਨ ਨੂੰ ਹੀ ਸਾਧੋਗੇ ਨਾ, ਜੇ ਮਨ ਨੂੰ ਵਸ ਕਰਨਾ, ਸੰਜਮ ਵਿੱਚ ਲਿਆਉਣਾ ਨਹੀਂ ਸਿੱਖੋਗੇ, ਜੋ ਮਰਜ਼ੀ ਕਰਦੇ ਰਹੋ। ਦੁਨੀਆ ਦੀਆਂ ਵੱਡੀਆਂ ਤੋਂ ਵੱਡੀਆਂ ਸੁੱਖ ਸਾਧਨਾਂ ਦੀਆਂ, ਮਾਣ ਪਦਵੀਆਂ ਦੀਆਂ ਪ੍ਰਾਪਤੀਆਂ ਹੋ ਜਾਣ ਤੁਹਾਨੂੰ, ਤੁਹਾਡੀ ਸੋਚ ਤੋਂ, ਲੋੜ ਤੋਂ ਵੀ ਵੱਧ ਮਿਲ ਜਾਣ, ਬਹੁਤ ਕੁਝ ਹੋ ਸਕੇਗਾ। ਦੁਨੀਆ ਦੀ ਵਾਹ-ਵਾਹ ਮਿਲ ਜਾਏਗੀ, ਦੁਨੀਆ ਤੁਹਾਡੇ ਨਾਮ ਦੇ ਜੈਕਾਰੇ ਗਜਾ ਦੇਗੀ, ਹੋਰ ਬਹੁਤ ਕੁਝ ਹੋ ਜਾਏਗਾ। ਪਰ ਜੇ ਨਹੀਂ ਹੋਏਗਾ, ਆਨੰਦ ਦੀ ਪ੍ਰਾਪਤੀ ਨਹੀਂ ਹੋਏਗੀ, ਆਨੰਦ ਦਾ ਭਾਗੀ ਨਹੀਂ ਬਣਿਆ ਜਾ ਸਕੇਗਾ। ਫਿਰ ਇਹੀ ਗੱਲਾਂ ਚੱਲੀਆਂ, ਪਤਾ ਨਹੀਂ ਮਹਾਰਾਜ ਦੀ ਮੇਰੇ ਤੇ ਕੀ ਕਰੋਪੀ ਹੈ, ਪਤਾ ਨਹੀਂ ਮਨ ਨਹੀਂ ਸੰਤੁਸ਼ਟ ਹੁੰਦਾ, ਮਨ ਟਿਕਾਊ ਵਿੱਚ ਨਹੀਂ। ਮਹਾਰਾਜ ਕਹਿੰਦੇ ਆ ਵੱਡੇ ਵੱਡੇ ਜੋ ਦੀਸੈਂ ਲੋਗ ਤਿਨ ਕੋ ਵਿਆਪੈ ਚਿੰਤਾ ਰੋਗ। ਚਿੰਤਾ ਰੋਗ ਦੇ ਵਿੱਚ ਗ੍ਰਸੇ ਹੋਏ ਤੇ ਫਿਰ ਜਿੱਥੇ ਚਿੰਤਾਤੁਰ ਬਿਰਤੀ ਹੈ ਉੱਥੇ ਆਨੰਦ ਨਹੀਂ ਹੁੰਦਾ। ਜਿੱਥੇ ਆਨੰਦ ਹੁੰਦਾ ਹੈ ਉਹ ਪ੍ਰਮਾਣ ਹੈ ਇਸ ਗੱਲ ਦਾ, ਉਤਰੇ ਸਗਲ ਵਿਸੂਰੇ। ਦੁੱਖ ਰੋਗ ਸੰਤਾਪ ਉਤਰੇ, ਇਹ ਆਨੰਦਮਈ ਅਵਸਥਾ ਦਾ ਪ੍ਰਮਾਣ ਹੈ। ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਕਹਿੰਦੇ ਮੈਂ ਤੁਹਾਨੂੰ ਇਹ ਜਾਚ ਸਿਖਾਉਣੀ ਹੈ ਭਲਿਓ, ਬਿਨਾਂ ਦੇਰੀ ਤੋਂ ਗੁਰੂ ਦੀ ਸ਼ਰਨ ਵਿੱਚ ਆ ਕੇ ਗੁਰੂ ਕੋਲੋਂ ਇਸ ਤਰ੍ਹਾਂ ਦੀ ਗਿਆਨਮਈ ਕੁੰਡੇ ਨੂੰ ਮਨ ਦੇ ਉੱਤੇ ਕਿਵੇਂ ਲਗਾ ਕੇ ਰੱਖਣਾ ਹੈ, ਇਹਦੀ ਜਾਚ, ਇਹਦੀ ਜੁਗਤ ਸਿੱਖੋ। ਤੇ ਸੁਖ ਕੇ, ਸਿੱਖ ਕੇ, ਸੁਣ ਕੇ, ਪੜ੍ਹ ਕੇ, ਵਿਚਾਰ ਕੇ, ਗਾ ਕੇ ਕੇਵਲ ਉੱਥੇ ਤੱਕ ਨਾ ਛੱਡ ਦਿਓ। ਫਿਰ ਇੱਥੋਂ ਉੱਠ ਕੇ ਜਾਂ ਬਾਣੀ ਦਾ ਨਿਤਨੇਮ ਕਰਕੇ, ਹੁਣੇ ਗੁਰੂ ਸਵਾਰੀ ਸਿੰਘ ਸਾਹਿਬ ਕਹਿ ਰਹੇ ਸੀਗੇ, ਭਾਈ ਰਣਜੀਤ ਸਿੰਘ ਹੋਰੀ, ਕਿ ਰੋਜ਼ ਨਿਤਨੇਮ ਕਰਨਾ ਗੁਰੂ ਦੇ ਸਿੱਖ ਲਈ ਜ਼ਰੂਰੀ ਹੈ, ਬਾਣੀ ਪੜ੍ਹਨੀ ਜ਼ਰੂਰੀ ਹੈ। ਪੰਜ ਕਕਾਰੀ ਰਹਿਤ ਦੀ ਉਹ ਮਰਿਆਦਾ, ਅੰਮ੍ਰਿਤ ਦੀ ਉਹ ਜ਼ਰੂਰੀ ਕਾਹਦੇ ਵਾਸਤੇ? ਨਹੀਂ ਅਸੀਂ ਕਰਦੇ ਤੇ ਕਿਉਂ ਨਹੀਂ ਕਰਦੇ? ਪੁੱਛੋ ਭਾਈ ਇਹ ਕਿਉਂ ਨਹੀਂ? ਉਹ ਕਹਿੰਦੇ ਅਜੇ ਮਨ ਨਹੀਂ ਮੰਨਦਾ। ਮਨ ਕਿਉਂ ਨਹੀਂ ਮੰਨਦਾ? ਮਨ ਇਸ ਕਰਕੇ ਨਹੀਂ ਮੰਨਦਾ, ਮਨ ਨੂੰ ਜੀ ਕਰਦਾ ਪੁੱਠੇ ਪਾਸੇ ਜਾਣ, ਮਨ ਨੂੰ ਜੀ ਕਰਦਾ ਦੁਨੀਆ ਦੀ ਭੀੜ ਵਿੱਚ, ਵਿਕਾਰੀਆਂ ਦੀ ਭੀੜ ਵਿੱਚ ਵਿਚਰਨ ਦੇ ਲਈ। ਗੁਰੂ ਦਾ ਇਹ ਜਿਹੜਾ ਸਤਸੰਗੀ ਸੰਜਮ ਹੈ, ਇਹ ਬੋਝ ਲੱਗਦਾ, ਹਊਆ ਲੱਗਦਾ। ਇਸੇ ਕਰਕੇ ਗੁਰੂ ਦਾ ਸ਼ਬਦ ਜਦੋਂ ਕੋਈ ਇਹੋ ਜਿਹਾ ਹੁਕਮਨਾਮਾ ਵੀ ਆ ਜਾਏ, ਹੁਣ ਭਾਈ ਸਾਹਿਬ ਤੇ ਗੁੱਸਾ ਤੇ ਕਈਆਂ ਨੂੰ ਬਹੁਤ ਆਉਂਦਾ ਨਾ, ਭਾਈ ਸਾਹਿਬ ਨੂੰ ਵੀ ਪਤਾ, ਕਈ ਵਾਰੀ ਬਥੇਰੀਆਂ ਗਾਲਾਂ ਇਹਨਾਂ ਨੂੰ ਪੈਂਦੀਆਂ, ਇਸੇ ਕਰਕੇ ਪੈਂਦੀਆਂ। ਭਈ ਆਹ ਬਾਰ-ਬਾਰ ਜਿਹੜੀਆਂ ਗੱਲਾਂ ਕਾਹਦੇ ਵਾਸਤੇ ਕਰਦੇ ਹੋ ਜੀ? ਤੁਸੀਂ ਆਪਣੀ ਬਸ ਚੌਰ ਦੀ ਸੇਵਾ ਤੇ ਬਾਣੀ ਪੜ੍ਹਨ ਸੁਣਾਉਣ ਦੀ ਕਰੀ ਜਾਇਆ ਕਰੋ। ਕੋਈ ਕੀ ਕਰਦਾ ਕੀ ਨਹੀਂ ਕਰਦਾ, ਪ੍ਰਬੰਧਕ ਕੀ ਕਰਦੇ ਕੀ ਨਹੀਂ ਕਰਦੇ, ਤੁਸੀਂ ਆਪਣਾ ਬਸ ਕਰੀ ਜਾਓ। ਇਹ ਹਟਦੇ ਵੀ ਨਹੀਂ ਹੈਗੇ। ਮਹਾਰਾਜ ਨੇ ਸੇਵਾ ਲਾਈ ਆ ਗਈ ਹੋਣੀ ਕਿਤੇ ਸੁਰੱਖਣੀ ਕੜੀ, ਆਪਣੇ ਆਪ ਨੂੰ ਸਮਝਾਉਣ ਦੀ ਤੇ ਦੂਜਿਆਂ ਦਾ ਭਲਾ ਕਰਨ ਵਾਸਤੇ ਇਸ ਬਾਣੀ ਦੇ ਜਿਹੜੇ ਉਪਦੇਸ਼ ਨੇ ਸਾਂਝੇ ਕਰਨ, ਤੇ ਫਿਰ ਉਹਦੀ ਕੀਮਤ ਤੇ ਦੇਣੀ ਹੋਈ ਪੈਂਦੀ ਹੈ। ਕੋਈ ਆਖੇ ਭੂਤਨਾ ਕੋਈ ਬੇਤਾਲਾ, ਇਹ ਕੁਰਾਈਆ ਭੂਤਨਾ ਬੇਤਾਲਾ ਤੇ ਸਰਬਕਲਾ ਸਮਰੱਥ ਗੁਰੂ ਸਾਹਿਬ ਨੂੰ ਵੀ ਸੁਣਨਾ ਪਿਆ ਸੀ। ਅਸੀਂ ਤੇ ਨਾ ਤਿੰਨਾਂ 'ਚ ਨਾ 13 'ਚ ਔਗਣਾ ਨਾਲ ਭਰੇ। ਨਹੀਂ ਚੰਗੀਆਂ ਲੱਗਦੀਆਂ ਗੱਲਾਂ, ਭਾਈ ਸਾਹਿਬ ਤੁਸੀਂ ਆਹ ਨਾ ਗੱਲਾਂ ਕਰਿਆ ਕਰੋ, ਇੱਥੋਂ ਨਾ ਰੋਕਿਆ ਕਰੋ। ਕਿਉਂ ਨਾ ਰੋਕਿਆ ਕਰੋ? ਕਿਉਂਕਿ ਮਨ ਨੂੰ ਸੱਟ ਵੱਜਦੀ ਹੈ। ਮਨ ਨਹੀਂ ਚਾਹੁੰਦਾ ਇਹੋ ਜਿਹੀਆਂ ਗੱਲਾਂ ਸੁਣਨੀਆਂ। ਇਸੇ ਕਰਕੇ ਇਹ ਕਹੀ ਜਾਂਦੇ ਆ, ਅਸੀਂ ਸੁਣੀ ਜਾਂਦੇ ਹਾਂ ਤੇ ਬਾਹਰ ਜਾ ਕੇ ਫਿਰ ਸੁਣ ਕੇ ਅਣਸੁਣਾ ਕਰ ਦਿੰਦੇ ਹਾਂ। ਭਾਈ ਸਾਹਿਬ ਤੇ ਕਹੀ ਜਾਣਾ, ਉਹਨਾਂ ਨੇ ਕਿਹੜਾ ਹਟਣਾ। ਚੱਲ ਅਸੀਂ ਆਪਣੇ ਫਿਰ ਦੁਨੀਆ ਦੀ ਭੀੜ ਵਿੱਚ ਗਵਾਚ ਕੇ ਦੁਨੀਆ ਵਰਗੇ ਬਣੇ। ਮਹਾਰਾਜ ਕਹਿੰਦੇ ਬਣੋ। ਫਿਰ ਦੁਨੀਆ ਜਿਸ ਤਰ੍ਹਾਂ ਦੇ ਮਾੜੇ ਨਤੀਜੇ ਭੁਗਤਦੀ ਹੈ, ਤੁਸੀਂ ਵੀ ਭੁਗਤੀ ਜਾਓ। ਫਿਰ ਦੁਨੀਆਦਾਰਾਂ ਵਿੱਚ ਤੇ ਮੇਰੇ ਕੋਲ ਆ ਕੇ ਬੈਠਣ ਦੇ ਵਿੱਚ, ਸਿੱਖ ਕਹਾਉਣ ਦੇ ਵਿੱਚ ਫਰਕ ਕੀ ਹੋਇਆ?
ਜੇ ਭੀੜ ਵਿੱਚੋਂ ਨਿਕਲ ਕੇ ਮੇਰੇ ਕੋਲ ਆ ਕੇ ਤੁਹਾਡੇ ਜੀਵਨ ਵਿੱਚ ਕੋਈ ਆਨੰਦਮਈ ਮਾਣ ਕਰਨ ਯੋਗ ਬਖਸ਼ਿਸ਼ਾਂ ਵਾਲੀਆਂ ਘੜੀਆਂ ਨਤੀਜੇ ਆਉਣੇ ਹੀ ਨਹੀਂ ਤੇ ਫਿਰ ਫਾਇਦਾ ਕੀ ਹੋਇਆ? ਕੋਲੂ ਦੇ ਬਲਦ ਵਾਂਗ ਸਵੇਰੇ ਉੱਠੇ, ਬਾਣੀ ਪੜ੍ਹ ਲਈ, ਇੱਥੇ ਆ ਗਏ, ਮੱਥੇ ਟੇਕ ਲਏ, ਮਾਇਆ ਚੜਾਤੀ, ਹੱਥ ਜੋੜ ਲਏ, ਪ੍ਰਸ਼ਾਦ ਕਰਵਾ ਲਏ, ਜੋ ਭਾਈ ਸਾਹਿਬ ਨੇ ਆਖਿਆ ਇੱਥੇ ਆ ਸੇਵਾ ਕਰਦਿਆ ਕਰੋ, ਇੱਥੇ ਸੇਵਾ ਕਰਦਿਆ ਕਰੋ, ਕਰ ਲਈ। ਗੱਲ ਉੱਥੇ ਦੀ ਉੱਥੇ ਨਹੀਂ। ਮਹਾਰਾਜ ਕਹਿੰਦੇ ਊਠ ਦੇ ਬੱਚੇ ਵਰਗਾ ਚੰਚਲ ਬੇਸੰਜਮਾ ਸੁਭਾਅ ਰੱਖਣ ਵਾਲਿਆ, ਇਹ ਤੇਰੇ ਮਨ ਦੇ ਇਹ ਸੁਭਾਅ ਨੇ ਹੀ ਤੇਰੇ ਜੀਵਨ ਵਿੱਚ ਤੈਨੂੰ ਆਵਾ ਗਾਉਣ ਵਾਲੀ, ਸ਼ਰਮਿੰਦਗੀ ਪਛਤਾਵੇ ਵਾਲੀ, ਕ੍ਰੋਧੀ, ਹੰਕਾਰੀ, ਮੋਹ ਦੇ ਚੱਕੜ ਵਿੱਚ ਮੈਲੀ ਹੋਈ ਬਿਰਤੀ ਦਾ ਧਾਰਨੀ ਬਣਾਇਆ ਪਿਆ। ਇਸੇ ਕਰਕੇ ਤੂੰ ਭਟਕਣਾ ਵਿੱਚ ਹੈ, ਬੇਚੈਨੀ ਵਿੱਚ ਹੈ, ਨਿਕਲ ਬਾਹਰ। ਤੇਰੇ ਗਿਆਨ ਨੇ ਜੇ ਅਮਲੀ ਰੂਪ ਤੇਰੇ ਜੀਵਨ ਵਿੱਚ ਧਾਰਨ ਨਹੀਂ ਕੀਤਾ, ਇਹ ਦੁਨੀਆ ਦੇ ਸੁੱਖ ਸਾਧਨ ਪ੍ਰਾਪਤ ਕਰਕੇ ਤੈਨੂੰ ਇਹ ਦੇਣ ਵਾਲੇ ਦਾਤੇ ਦਾ ਸ਼ੁਕਰ ਕਰਨਾ ਨਹੀਂ ਆਇਆ, ਬਲਕਿ ਇਹਦੇ ਨਾਲ ਤੂੰ ਹੰਕਾਰ 'ਚ ਹੋਰ ਵਾਧਾ ਕਰ ਲਿਆ ਤੇ ਦੁਨੀਆ ਦੇ ਉੱਤੇ ਆਪਣੀ ਇਸ ਅਮੀਰੀ ਦਾ, ਇਹਨਾਂ ਪਦਵੀਆਂ ਦਾ ਰੋਬ ਦਾਬ ਪਾਉਣ ਲਈ 24 ਘੰਟੇ ਅਕਲਾਂ ਦੇ ਘੋੜੇ ਦੌੜਾਏ। ਯਾਦ ਰੱਖੀ, ਨਤੀਜੇ ਆਨੰਦਮਈ ਸੰਤੁਸ਼ਟੀ ਭਰੇ ਨਹੀਂ ਨਿਕਲਣੇ। ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਹਜ਼ੂਰ ਦੇ ਦਰਬਾਰ ਵਿੱਚ ਇਤਿਹਾਸ ਆਉਂਦਾ ਹੈ। ਪੰਡਿਤ ਆਇਆ, ਗੁਰੂ ਸਾਹਿਬ ਮੈਂ ਵੇਦਾਂ ਸ਼ਾਸਤਰਾਂ ਦੀ ਵਿਚਾਰ ਚਰਚਾ ਕਰਨੀ ਹੈ ਇੱਥੇ, ਮੈਂ ਬਹੁਤ ਮਿਹਨਤ ਕੀਤੀ ਹੈ, ਪੜ੍ਹਿਆ ਇਸ ਦੇ ਬਾਰੇ ਸਾਰਾ ਕੁਝ। ਮਹਾਰਾਜ ਕਹਿੰਦੇ ਮੁਬਾਰਕ ਹੈ, ਤੂੰ ਵੇਦਾਂ ਦਾ ਗਿਆਨ ਕੀਤਾ ਹਾਸਲ, ਤੈਨੂੰ ਬਹੁਤ ਕੁਝ ਪਤਾ ਹੈ, ਪਰ ਭਲਿਆ ਮੈਂ ਤੈਨੂੰ ਇਹ ਪੁੱਛਣਾ ਚਾਹੁੰਦਾ, ਇਹ ਵੇਦਾਂ ਸ਼ਾਸਤਰਾਂ ਨੂੰ ਪੜ੍ਹ ਕੇ, ਇਹਦਾ ਅਧਿਐਨ ਕਰਕੇ ਇਹਦੇ ਅਰਥ ਵੀ ਤੈਨੂੰ ਆ ਗਏ, ਇਹਦੇ ਵਿਚਲਾ ਗਿਆਨ ਤੇਰੀ ਸਮਝ ਵਿੱਚ ਆ ਗਿਆ, ਦੁਨੀਆ ਨੂੰ ਦੱਸਣ ਜੋਗਾ ਹੋ ਗਿਆ। ਪਹਿਲਾਂ ਇਹ ਦੱਸ, ਇਸ ਗਿਆਨ ਰਾਹੀਂ ਆਪਣੇ ਮਨ ਨੂੰ ਸਮਝਾਉਣਾ ਆਇਆ ਤੈਨੂੰ? ਆਪਣੇ ਆਪੇ ਨੂੰ ਪਰਚੋਲਣਾ ਆਇਆ? ਆਪਣੇ ਆਪੇ ਨੂੰ ਸਾਧਣਾ ਆਇਆ? ਜੇ ਨਹੀਂ ਆਇਆ ਤੇ ਫਿਰ ਮਹਾਰਾਜ ਕਹਿੰਦੇ ਇਹ ਗਿਆਨ ਦਾ ਭਾਰ ਹੀ ਚੁੱਕਿਆ ਹੋਇਆ, ਤੂੰ ਗਿਆਨ ਦੀਆਂ ਪੰਡਾਂ ਹੀ ਚੁੱਕ ਕੇ ਆਪਣੇ ਦਿਮਾਗ ਦੇ ਉੱਤੇ ਬੋਝ ਪਾਇਆ ਹੋਇਆ, ਕੁਛ ਨਹੀਂ ਨਿਕਲਣਾ ਇਹਦੇ ਵਿੱਚੋਂ। ਬਚਨ ਮਹਾਰਾਜ ਦਾ ਬਾਣੀ ਸਾਹਿਬ ਕਹਿੰਦੇ ਇਹਨਾਂ ਪ੍ਰਸ਼ਨਾਂ ਦਾ ਵਿਚਾਰ ਕਰ ਮੇਰੇ ਪੰਡਿਤ ਭਰਾਵਾ। ਇਹ ਮਨ ਗਿਰਹੀ ਕਿ ਇਹ ਮਨ ਉਦਾਸੀ, ਤੇਰਾ ਮਨ ਗ੍ਰਸਥ ਦੇ ਜੰਜਾਲਾਂ ਵਿੱਚ ਫਸਿਆ ਹੋਇਆ ਹੈ, ਦੁਨੀਆ ਦੇ ਰੰਗ ਤਮਾਸ਼ਿਆਂ ਵਿੱਚ ਫਸਿਆ ਕਿ ਇਹ ਤੋਂ ਉਪਰਾਮ ਵੀ ਕਦੀ ਹੋਇਆ, ਇਹ ਤੋਂ ਉੱਪਰ ਵੀ ਉੱਠਿਆ। ਕਿ ਇਹ ਮਨ ਅਵਰਨ, ਕਦੀ ਇਹ ਜਾਤਾਂ ਪਾਤਾਂ ਦੇ ਵਖਰੇਵਿਆਂ ਦੇ ਵਿੱਚ ਇੱਕ ਦੂਜੇ ਨਾਲ ਲੜਨਾ, ਝਗੜਨਾ, ਵਖਰੇਵੇਂ ਧੜੇ ਬਣਾਉਣਾ, ਕਦੀ ਇਹ ਤੋਂ ਉੱਪਰ ਵੀ ਉੱਠਿਆ। ਇਹ ਮਨ ਚੰਚਲ ਕੇ ਮਨ ਬੈਰਾਗੀ, इस मन को ममता कित्थों लागी। पंडित इस मन का करो विचार, अवर के बहुता पढ़ें उठावें पार। अज गुरुदेव गुरु रामदास साहब सानू इस पासे वल ध्यान दिवाउंदे। मन कर हला विचारिया, विचार देख संभाल। ओ मेरे बेसंजमे बेमुहार होए होए मना, तेरे कोल विचार शक्ति है। विचारिया तू अपने जीवन दे योग अयोग नू विचारन दे समर्थ है, ते इस समर्था दा लाहा लै। सुचज्जी वरतों करनी सिख। विचार हृदय विचार देख संभाल, विचारिया कर ते फिर अपने आप नू देखिया कर, अपने आप दा दर्शक बन। जेड़ी गल तेरे भले वास्ते है उन्होंने संभालन दा यतन कर, जेड़ी गल तेरे लई अयोग है उन्होंने छड्डण दी बिरती अपने अंदर लिया। बन फिर थके बनवासिया, फिर गुरमत हृदय निहाल। देख तेरे सामने संसार दे दुखां तो, गृहस्थ दियां जिम्मेवारियां तो, गृहस्थ दियां दुश्वारियां तो तंग पै के लोग भज जाते हैं जंगलों नूं, संसार नूं मिथ्या कह के। उत्थे जाके आनंद शांति लभदी नहीं, लभदा। उत्थे भी क्रोध हंकार, उत्थे भी दूजियां दे नाल ईरखा, ये सब चलदी है। साहब कहते थक जाते हैं लोकी, ये सारा कुछ करदे आ जंगलों च धक्के खा खा के, आनंद नहीं लभदा। किदां लभना है? महाराज कहते फिर गुरमत हृदय निहाल, अपने अंदर हिरदे विच
ਗੁਰੂ ਦੀ ਮੱਤ ਰਾਹੀਂ ਇਸ ਜੀਵਨ ਦੇ ਆਨੰਦ ਦਾ ਤੇ ਵਾਹਿਗੁਰੂ ਜੀ ਨਾਲ ਸਾਂਝ ਪਾ, ਫਿਰ ਨਿਹਾਲ ਹੋ ਜਾਏਗਾ। ਮਨ ਕਰ ਹਲਾ ਗੁਰੂ ਗੋਬਿੰਦ ਸਮਾਲ। ਇੱਕੋ ਨਿਚੋੜ ਦੀ ਗੱਲ ਮਹਾਰਾਜ ਕਹਿੰਦੇ ਤੁਹਾਡੇ ਭਲੇ ਲਈ ਆਪਣੇ ਮਨ ਨੂੰ ਰੋਜ਼ ਪ੍ਰੇਰਿਆ ਕਰੋ। ਮਨਾ ਇੰਨਾ ਕੁਛ ਨੂੰ ਚੇਤੇ ਰੱਖਦਾ, ਉਹਨੇ ਮੈਨੂੰ ਫਲਾਣੀ ਗੱਲ ਕਰਤੀ, ਉਹਨੇ ਮੇਰੇ ਨਾਲ ਆ ਕੀਤਾ, ਇਹਨੇ ਕੀਤਾ, ਅੱਜ ਮੈਂ ਫਲਾਣੇ ਬਿਜ਼ਨਸ ਦੀ ਇੱਦਾਂ ਕਰਨਾ ਹੈ ਲੇਖਾ ਜੋਖਾ, ਅੱਜ ਕਿੰਨਾ ਕੁਛ ਤੂੰ ਚੇਤੇ ਵਿੱਚ ਲਿਆਈ ਜਾਣਾ, ਕੜਮੱਸ ਪਿਆ ਹੋਇਆ ਤੇਰੇ ਅੰਦਰ। ਕਿਤੇ ਇਹਦੇ ਵਿੱਚ ਇਹ ਵੀ ਕਿਤੇ ਚੇਤੇ ਵਿੱਚ ਰੱਖ, ਮਨਾ ਅੱਜ ਨਵਾਂ ਦਿਨ ਆਇਆ ਹੈ, ਇਹਨੂੰ ਐਵੇਂ ਨਵਾਂ ਦਿਨ, ਹੁਣੇ ਭਾਈ ਸਾਹਿਬ ਕਹਿ ਰਹੇ ਸੀ ਸੰਗਰਾਂਦ ਆ ਰਹੀ, ਨਵਾਂ ਸਾਲ ਸ਼ੁਰੂ ਹੋ ਰਿਹਾ। ਕਾਹਦਾ ਨਵਾਂ ਭਾਈ? ਉਹੋ ਹੀ ਚੰਦਰਮਾ ਚੜ੍ਹਨਾ ਹੈ, ਉਹੀ ਸੂਰਜ ਚੜ੍ਹਨਾ ਹੈ, ਉਹੀ ਦਿਨ ਹੋਣਾ ਹੈ, ਉਹੀ ਰਾਤ ਹੋਣੀ ਹੈ, ਉਹੀ ਹਵਾ ਚੱਲਣੀ ਹੈ, ਉਹੀ ਪਾਣੀ ਵਗੀ ਜਾਣਾ ਹੈ, ਉਹੀ ਭੁੱਖ ਲੱਗਣੀ ਹੈ, ਉਹੀ ਭੋਜਨ ਹੈ। ਨਵਾਂ ਕੀ ਹੈ? ਮਹਾਰਾਜ ਕਹਿੰਦੇ ਨਵਾਂ ਤੇ ਇਹ ਹੁੰਦਾ ਹੈ ਜਿਸ ਦਿਨ ਤੁਹਾਨੂੰ ਉਹ ਨੀਤ ਨਵਾਂ ਵਾਹਿਗੁਰੂ ਚੇਤੇ ਆ ਜਾਏ ਤੇ ਤੁਹਾਡੇ ਜੀਵਨ ਦੀ ਕੋਈ ਔਗਣ ਵਾਲੀ ਬਿਰਤੀ ਨਿਕਲ ਕੇ ਤੇ ਗੁਣ ਵਾਲੀ ਬਿਰਤੀ ਦਾ ਪ੍ਰਭਾਵ ਪੈ ਜਾਏ, ਉਦੋਂ ਦਿਨ ਨਵਾਂ ਹੁੰਦਾ। ਕਿਉਂਕਿ ਉਹ ਪਹਿਲਾਂ ਨਹੀਂ ਹੈਗਾ, ਪਹਿਲਾਂ ਵਿਕਾਰੀ ਬਿਰਤੀਆਂ ਦਾ ਪ੍ਰਭਾਵ ਹੈ ਇਸ ਕਰਹਲੇ ਮਨ ਤੇ। ਹੁਣ ਉਹਦੀ ਜਗ੍ਹਾ ਤੇ ਗੁਰੂ ਦੀ ਮੱਤ ਰਾਹੀਂ ਅੱਜ ਨਹੀਂ, ਅੱਜ ਮੈਂ ਕ੍ਰੋਧ ਨਹੀਂ ਕਰਨਾ ਕਿਸੇ ਨਾਲ, ਅੱਜ ਮੈਂ ਮਾੜਾ ਨਹੀਂ ਬੋਲਣਾ। ਸਾਰਾ ਦਿਨ ਜੇ ਇਸ ਸੰਜਮ ਵਿੱਚ, ਇਸ ਚੇਤੇ ਵਿੱਚ ਰਹੇ ਤੇ ਫਿਰ ਉਸ ਦਿਨ ਰਾਤ ਨੂੰ ਜੋ ਅੱਜ ਮਨ ਟਿਕਾਊ ਵਿੱਚ ਸੀਗਾ, ਅੱਜ ਮਨ ਨੇ ਭੁਲੇਖਾ ਨਹੀਂ ਖਾਧਾ, ਅੱਜ ਭੁੱਲਿਆ ਨਹੀਂ ਮਨ ਗੁਰੂ ਦੀ ਗੱਲ ਨੂੰ, ਅੱਜ ਟਿਕਾਊ ਹੈ। ਮਿੱਠੇ ਬੋਲ ਜਦੋਂ ਦੂਜਿਆਂ ਦੇ ਕੰਨਾਂ 'ਚ ਤੁਹਾਡੇ ਪੈਂਦੇ ਹੈ, ਉਹ ਫਿਰ ਤੁਹਾਨੂੰ ਪਿਆਰ ਕਰਦੇ ਹੈ, ਸਤਿਕਾਰ ਦਿੰਦੇ ਹੈ, ਮਨ ਆਨੰਦਿਤ ਹੁੰਦਾ ਹੈ, ਮਨ ਨੂੰ ਖੁਸ਼ੀ ਮਿਲਦੀ ਹੈ, ਟਿਕਾਊ ਮਿਲਦਾ ਹੈ। ਅੱਜ ਮੇਰੇ ਬੋਲਾਂ ਕਰਕੇ ਕਿਸੇ ਦਾ ਮਨ ਦੁਖਿਆ ਨਹੀਂ, ਅੱਜ ਮੇਰੇ ਬੋਲਾਂ ਕਰਕੇ ਕਿਸੇ ਨੂੰ ਸੁੱਖ ਮਿਲਿਆ ਹੈ, ਇਹਦੇ ਨਾਲ ਆਪਾਂ ਨੂੰ ਸੁੱਖ ਮਿਲਦਾ। ਮਹਾਰਾਜ ਕਹਿੰਦੇ ਰੋਜ਼ ਇਹਨਾਂ ਗੱਲਾਂ ਦਾ ਲੇਖਾ ਜੋਖਾ ਕਰਨਾ ਸਿੱਖੋ। ਅੱਜ ਕਿਸ ਦੇ ਕਰਕੇ, ਕਿਹਦਾ ਮਨ ਮੇਰੇ ਕਰਕੇ ਦੁਖੀ ਹੋਇਆ, ਅੱਜ ਕਿਹਦਾ ਮਨ ਜਿਹੜਾ ਹੈ, ਜੀਵਨ ਜਿਹੜਾ ਹੈ ਮੇਰੇ ਕਰਕੇ ਪਰੇਸ਼ਾਨੀ ਦਾ ਕਾਰਨ ਬਣਿਆ। ਮੈਂ ਅੱਜ ਗੁਰੂ ਦੀ ਮੱਤ ਜਾ ਕੇ ਜਿਹੜੀ ਸੁਣੀ ਸੀ, ਪੜ੍ਹੀ ਸੀ, ਗਾਈ ਸੀ, ਵਿਚਾਰੀ ਸੀ, ਦੂਜਿਆਂ ਨੂੰ ਵੀ ਆਖਿਆ ਸੀ ਤੇ ਆਪਣੇ ਆਪ ਨੂੰ ਵੀ ਗੁਰੂ ਨੇ ਆਖਿਆ ਸੀ ਸੁਣਾਇਆ ਕਰ। ਮੈਂ ਸੁਣਿਆ ਕਿ ਨਹੀਂ ਸੁਣਿਆ? ਮੇਰੇ ਉੱਤੇ ਕੋਈ ਅਸਰ? ਬਸ ਮਹਾਰਾਜ ਕਹਿੰਦੇ ਇਸ ਗੋਬਿੰਦ ਦੇ, ਮਹਾਨ ਦਾਤਾਂ ਦੇਣ ਵਾਲੇ ਗੋਬਿੰਦ ਦੇ ਗੁਣਾਂ ਨੂੰ ਚੇਤੇ ਰੱਖਿਆ ਕਰ, ਇਹਦੇ ਵਿੱਚ ਨਿਹਾਲ ਹੋਣ ਵਾਲਾ ਉਹ ਨਤੀਜਾ ਪਿਆ ਹੈ। ਮਨ ਕਰ ਹਲਾ ਵਿਚਾਰੀਆ, ਮਨਮੁਖ ਫਾਥਿਆ ਮਹਾਜਾਲ। ਯਾਦ ਰੱਖ, ਦੁਨੀਆ ਦੇ ਵਿੱਚ ਜੇ ਲੋਕ ਦਿਨੇ ਰਾਤ ਚਿੰਤਾਤੁਰ ਹੋ ਕੇ ਦੌੜ ਭੱਜ ਦੇ ਵਿੱਚ ਬੇਚੈਨ ਅਸ਼ਾਂਤ ਨਜ਼ਰ ਆਉਂਦੇ ਹੈ ਤੇ ਉਹਦਾ ਕਾਰਨ ਸਿਰਫ ਇੱਥੇ ਇਹੀ ਹੈ, ਮਨਾ ਉਹਨਾਂ ਨੂੰ ਗੁਰੂ ਦੇ ਵੇਲੇ ਪਾਸੇ, ਬ੍ਰਹਮ ਗਿਆਨੀਆਂ ਦੀ ਮੱਤ ਵਾਲੇ ਪਾਸੇ ਆਪਣੇ ਮਨ ਨੂੰ ਮੋੜਨਾ ਨਹੀਂ ਆਇਆ। ਆਪਣੇ ਮਨ ਦੀ ਬੇਸੰਜਮੀ, ਉਸ ਊਠ ਦੇ ਬੱਚੇ ਵਰਗੀ ਚੰਚਲ ਬਿਰਤੀ ਦੇ ਅਧੀਨ ਹੀ ਉਹਨਾਂ ਨੇ ਆਪਣੇ ਮਨ ਦੇ ਇਸ ਬਲ ਦੀ ਸਮਰੱਥਾ ਦੀ ਵਰਤੋਂ ਕੀਤੀ ਤੇ ਫਿਰ ਇਹ ਮਹਾਜਾਲ ਵਿਕਾਰੀ ਬਿਰਤੀਆਂ ਦਾ, ਕਾਮ ਕ੍ਰੋਧ ਲੋਭ ਮੋਹ ਹੰਕਾਰ ਦਾ, ਇਹਦੇ ਵਿੱਚ ਆਪਣੇ ਆਪ ਨੂੰ ਫਸਾ ਲੈਂਦਾ ਮਨਮੁਖ। ਪਰ ਗੁਰਮੁਖ ਪ੍ਰਾਣੀ ਮੁਕਤ ਹੈ, ਹਰ ਹਰ ਨਾਮ ਸਮਾਲ। ਮੇਰੇ ਮਨਾ ਜੇ ਮੁਖ ਗੁਰੂ ਵੱਲ ਕਰ ਲਏਗਾ, ਗੁਰੂ ਦੀ ਮੱਤ ਨੂੰ ਪੂਰੇ ਭਰੋਸੇ ਨਾਲ, ਪੂਰੀ ਸ਼ਰਧਾ ਨਾਲ ਵਿਚਾਰ ਕੇ, ਰਸ ਲੈ ਕੇ ਆਪਣੇ ਜੀਵਨ ਦੇ ਵਿੱਚ ਧਾਰਨ ਕਰਨਾ ਸ਼ੁਰੂ ਕਰ ਲਏਗਾ। ਇਹਨਾਂ ਬਾਣੀ ਦੀ, ਵਿਚਾਰ ਦੀ ਸੰਗਤ ਮਤ ਦੇ ਪੱਧਰ ਤੇ, ਮਨ ਦੇ ਪੱਧਰ ਤੇ ਕਰਨਾ ਸਿੱਖ ਲਏਗਾ, ਤੇਰੇ ਅੰਦਰ ਸਿਮਰਨ ਚੱਲ ਪਏਗਾ, ਵਾਹਿਗੁਰੂ ਦੀ ਸਿਫਤ ਸਲਾਹ ਚੱਲ ਪਏਗੀ। ਨਹੀਂ ਤੈਨੂੰ ਕਾਮ ਕ੍ਰੋਧ ਲੋਭ ਮੋਹ ਹੰਕਾਰ ਸਤਾਏਗਾ, ਤੇਰੇ ਚੇਤੇ ਵਿੱਚ ਗੁਰੂ ਦੇ ਸ਼ਬਦ ਦੀ ਕੋਈ ਨਾ ਕੋਈ ਤੁਕ ਚੱਲਦੀ ਰਹੇਗੀ, ਉਹਦਾ ਪ੍ਰਭਾਵ ਪਵੇਗਾ। ਮਨ ਕਰ ਹਲਾ ਮੇਰੇ ਪਿਆਰਿਆ, ਸਤ ਸੰਗਤ ਸਤਿਗੁਰ ਪਾਲ। ਹੁਣ ਜੁਗਤ ਦੱਸ ਰਹੇ ਨੇ, ਇਹ ਤੇ ਕਹਿਤਾ ਮਨ ਕਰ ਹਲਾ ਗੁਰੂ ਗੋਬਿੰਦ ਸੰਭਾਲ। ਕਿਵੇਂ ਸੰਭਾਲਣਾ? ਆਦਤ ਹੀ ਨਹੀਂ ਹੈਗੀ ਸੁਭਾਅ ਨੂੰ, ਮਨ ਨੂੰ। ਆਦਤ ਤੇ ਦੂਜੇ ਪਾਸੇ ਰੰਗ ਤਮਾਸ਼ਿਆਂ ਵੱਲ ਰੁਚਿਤ ਹੋਣ ਦੀ ਹੈ, ਝੱਟ ਉਸ ਪਾਸੇ ਵੱਲ ਭੱਜਿਆ ਜਾਂਦਾ ਹੈ। ਇੱਥੇ ਆ ਕੇ ਨੀਂਦ ਵੀ ਆਉਂਦੀ ਹੈ,
ਇੱਥੇ ਆ ਕੇ ਉਬਾਸੀਆਂ ਵੀ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ। ਇੱਥੇ ਆ ਕੇ ਧਿਆਨ ਫੇਰ ਦੂਜੇ ਪਾਸੇ ਵੱਲ ਚੱਲ ਪੈਂਦਾ ਹੈ। ਇਹ ਮੇਰਾ ਮਿੱਤਰ ਬੈਠਾ ਹੈ, ਇਹ ਬੇਗਾਨਾ ਬੈਠਾ ਹੈ, ਇਹ ਫਲਾਣੀ ਜ਼ਾਤ ਵਾਲਾ ਹੈ, ਫਲਾਣੀ ਜ਼ਾਤ ਵਾਲਾ ਹੈ, ਇਹ ਸੋਹਣਾ ਹੈ ਕਿ ਸੋਹਣਾ, ਇਹਦੇ ਕੱਪੜੇ ਕਿੱਦਾਂ ਦੇ, ਇਹ ਮੇਰੇ ਧੜੇ ਦਾ ਕਿ ਉਹਦੇ ਧੜੇ ਦਾ। ਇੱਥੇ ਆ ਕੇ ਕਿੱਥੇ ਗੁਰੂ ਚੇਤੇ ਆਉਂਦਾ? ਕੋਈ ਗੱਲ ਚੇਤੇ ਆਉਂਦੀ ਫਿਰ ਮੁੜ ਕੇ ਉੱਥੇ ਦੀ ਉੱਥੇ ਨਹੀਂ। ਸਾਹਿਬ ਜੀ ਕਹਿੰਦੇ ਇਹ ਬਿਰਤੀ ਜੇ ਬਦਲਣੀ ਹੈ ਤੇ ਕਿਵੇਂ ਬਦਲੀ ਜਾਏਗੀ? ਬਾਰ-ਬਾਰ ਸੰਗਤ ਵਿੱਚ ਆਉਣਾ ਸੁਚੇਤ ਹੋ ਕੇ, ਆਉਣਾ ਭੁੱਖ ਲੈ ਕੇ, ਆਉਣਾ ਜਗਿਆਸਾ ਲੈ ਕੇ ਕਿ ਨਹੀਂ ਅੱਜ ਮੈਂ ਗੁਰੂ ਦੇ ਸਾਹਮਣੇ ਝੋਲੀ ਅੱਡਣੀ ਹੈ। ਮਹਾਰਾਜ ਲੈ ਆਂਦਾ ਹੈ ਸਰੀਰ ਕਰਕੇ, ਹੁਣ ਕਿਰਪਾ ਕਰਿਓ ਜਿੰਨਾ ਘੜੀਆਂ ਆਪਣੇ ਕੋਲ ਬਿਠਾਉਣਾ ਹੈ ਨਾ ਟਿਕਾਓ ਵਿੱਚ ਬਿਠਾਇਓ, ਰਸ ਲੈਣ ਦੀ ਜਗਿਆਸਾ ਵਿੱਚ ਬਿਠਾਇਓ, ਮੇਰਾ ਮਨ ਭਟਕੇ ਨਾ। ਦਾਤਾ ਜੀ ਕਿਰਪਾ ਕਰਿਓ ਬਸ ਇੱਥੇ ਤੱਕ ਮੇਰੀ ਮਤ ਮੇਰਾ ਮਨ ਟਿਕਿਆ ਰਹੇ। ਸਾਹਿਬ ਕਹਿੰਦੇ ਮਨ ਕਰ ਹਲਾ ਮੇਰੇ ਪਿਆਰਿਆ, ਸਤ ਸੰਗਤ ਸਤਿਗੁਰ ਭਾਲ। ਖੋਜ ਸਤ ਸੰਗੀ ਕਿੱਥੇ ਬੈਠੇ ਹੈ, ਮੰਗ ਲੈਣਾ ਹੀ ਕਾਫੀ ਨਹੀਂ। ਭਾਈ ਸਾਹਿਬ ਜੀ ਨੇ ਹੁਣੇ ਕਹਿਣਾ ਹੈ ਤਿਨਾਂ ਪਿਆਰਿਆਂ ਦਾ ਮੇਲ ਬਖਸ਼ਿਓ ਜਿਨ੍ਹਾਂ ਮਿਲਿਆ ਆਪ ਦਾ ਨਾਮ ਚੇਤਾ ਵੈ। ਉਹਨਾਂ ਨੇ ਕਹਿ ਲਿਆ ਤੇ ਮੈਂ ਸੁਣ ਲਿਆ। ਭਾਲ ਕਿੱਥੇ ਕੀਤੀ? ਦਿਨ ਵੇਲੇ ਜਿੰਨੇ ਬੰਦੇ ਮਿਲੇ ਕਦੋਂ ਮੇਰੇ ਚੇਤੇ ਵਿੱਚ ਰਿਹਾ ਕਿ ਮੈਂ ਜਿਹੜੀ ਅਰਦਾਸ ਕੀਤੀ ਸੀ, ਭਾਈ ਸਾਹਿਬ ਜੀ ਨੇ ਮੇਰੇ ਵੱਲੋਂ ਅਰਦਾਸ ਕੀਤੀ ਸੀ, ਤਿਨਾਂ ਪਿਆਰਿਆਂ ਦਾ ਮੇਲ ਬਖਸ਼ਿਓ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚੇਤਾਵੇ। ਇਹ ਜਿਹੜੇ ਮਿਲ ਰਹੇ ਨੇ ਇਹਨਾਂ ਦੇ ਕਰਕੇ ਆ ਰਿਹਾ ਕਿ ਨਹੀਂ ਆ ਰਿਹਾ, ਇਹ ਚੇਤੇ ਵਿੱਚ ਰੱਖਣਾ। ਮਹਾਰਾਜ ਕਹਿੰਦੇ ਇੱਦਾਂ ਖੋਜ ਜਾਰੀ ਰੱਖੋਗੇ ਬਖਸ਼ਿਸ਼ ਖੁੱਲ੍ਹ ਜਾਏਗੀ, ਬਖਸ਼ਿਸ਼ ਦਾ ਦਰ ਖੁੱਲ੍ਹ ਜਾਏਗਾ। ਸਤ ਸੰਗਤ ਲੱਗ ਹਰ ਧਿਆਈਐ, ਹਰ ਹਰ ਚੱਲੈ ਤੇਰੇ ਨਾਲ। ਯਾਦ ਰੱਖ ਮੇਰੇ ਮਨਾ, ਜੇ ਸਤ ਸੰਗੀਆਂ ਨਾਲ ਮਿਲ ਬੈਠ ਕੇ ਗੁਰੂ ਦੀ ਮਤ ਅਨੁਸਾਰ, ਗੁਰੂ ਦੀ ਬਾਣੀ ਅਨੁਸਾਰ ਤੈਨੂੰ ਉਸ ਕਰਤਾ ਪੁਰਖ ਦਾ ਗੁਣਗਾਨ ਕਰਨਾ ਆ ਗਿਆ, ਉਹਨਾਂ ਗੁਣਾਂ ਨੂੰ ਆਪਣੀ ਚੇਤਾ ਸ਼ਕਤੀ ਵਿੱਚ ਟਿਕਾਉਣਾ ਆ ਗਿਆ, ਉਹ ਵਾਹਿਗੁਰੂ ਜੀ ਨਾਲੋਂ ਤੂੰ ਵੱਖ ਨਹੀਂ ਹੋਏਗਾ। ਉਹ ਤੇ ਹੈ ਹੀ ਨਹੀਂ ਸੀ, ਤੈਨੂੰ ਹੀ ਇਸ ਗੱਲ ਦਾ ਅਹਿਸਾਸ ਨਹੀਂ। ਸਦਾ ਅੰਗ ਸੰਗੇ ਅਪੰਗੰਗ ਵਿਭੂਤੇ, ਤੈਨੂੰ ਹੀ ਇਸ ਗੱਲ ਦਾ ਅਹਿਸਾਸ ਨਹੀਂ। ਜਹ ਜਹ ਕਾਜ ਕਿਰਤ ਸੇਵਕ ਕੀ ਤਹਾਂ ਤਹਾਂ ਉੱਠ ਧਾਵੈ, ਸੇਵਕ ਕੋ ਨਿਕਟੀ ਹੋਏ ਦਿਖਾਵੈ। ਤੈਨੂੰ ਨਹੀਂ ਇਸ ਗੱਲ ਦਾ ਬੋਧ। ਸੁਣ ਲਿਆ ਸੀ, ਸੁਣਾ ਲਿਆ ਸੀ, ਪਰ ਤੇਰੇ ਚੇਤੇ ਵਿੱਚ ਨਹੀਂ। ਪਰ ਜਦੋਂ ਬਾਰ-ਬਾਰ ਇਹਨਾਂ ਸਤ ਸੰਗੀ ਘੜੀਆਂ ਵਿੱਚ ਜਗਿਆਸੂ ਬਣ ਕੇ ਬੈਠੇਗਾ, ਇਹ ਵਾਹਿਗੁਰੂ ਜੀ ਤੇਰੇ ਨਾਲ ਨੇ, ਇਹਦਾ ਚੇਤਾ, ਇਹਦਾ ਅਹਿਸਾਸ, ਇਹਦਾ ਅਨੁਭਵ ਹੋਏਗਾ। ਫਿਰ ਵੱਡੀ ਤੋਂ ਵੱਡੀ ਅਣਸੁਖਾਵੀਂ ਘਟਨਾ ਵੀ ਤੇਰੇ ਜੀਵਨ ਨੂੰ ਦੁਖੀ ਬੇਚੈਨ ਨਹੀਂ ਕਰ ਸਕੇਗੀ, ਭਾਵੇਂ ਉਹ ਉਬਲਦੀ ਦੇਗਚੀ ਕਿਉਂ ਨਾ ਬੈਠਣਾ ਪਵੇ। ਮਨ ਕਰ ਹਲਾ ਵਡ ਭਾਗੀਆ, ਹਰ ਏਕ ਨਦਰ ਨਿਹਾਲ। ਮੇਰੇ ਮਨਾ ਮੰਦ ਭਾਗੀ ਨਾ ਬਣ, ਵੱਡੇ ਭਾਗਾਂ ਵਾਲਾ ਬਣ। ਪਰ ਉਹ ਕਿਵੇਂ ਬਣੇਗਾ? ਆਪਣੀ ਜਿਹੜੀ ਦ੍ਰਿਸ਼ਟੀ ਮਿਲੀ ਹੈ ਨਾ, ਤੈਨੂੰ ਦੇਖਣ ਸ਼ਕਤੀ ਮਿਲੀ ਹੈ, ਇਹਨੂੰ ਸੁਰਤੀ ਦੀਆਂ ਅੱਖਾਂ ਨਾਲ ਆਪਣੇ ਅੰਦਰੋਂ ਵਾਹਿਗੁਰੂ ਜੀ ਦੀ ਜੋਤ ਨੂੰ ਦੇਖਣ ਦਾ ਯਤਨ ਕਰ। ਆਪ ਛਡਾਏ ਛੁੱਟੀ ਹੈ ਸਤਿਗੁਰ ਚਰਨ ਸੰਭਾਲ। ਯਾਦ ਰੱਖ, ਸਤਿਗੁਰੂ ਜੀ ਦੇ ਸ਼ਬਦ ਰੂਪੀ ਚਰਨਾਂ ਦਾ ਸਤਿਕਾਰ ਨਾਲ, ਸ਼ਰਧਾ ਭਰੋਸੇ ਨਾਲ ਜੇ ਤੂੰ ਹਮੇਸ਼ਾ ਸੰਗ ਸਾਥ ਬਣਾਈ ਰੱਖਿਆ, ਤੈਨੂੰ ਇਹ ਵਿਕਾਰੀ ਬਿਰਤੀਆਂ ਦਾ ਸੰਗ ਸਾਥ ਗੁਰੂ ਨੇ ਛੁਡਵਾ ਦੇਣਾ। ਤੇਰੇ ਅੰਦਰ ਆਤਮਿਕ ਬਲ ਇੰਨਾ ਲਿਆ ਦੇਣਾ ਕਿ ਇਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਦਾ ਬਲ ਤੇਰੇ ਉੱਤੇ ਹਾਵੀ ਨਹੀਂ ਹੋਣਾ। ਇਹ ਰਿਸ਼ਤਿਆਂ ਦੀ ਸੁਚਮਤਾ ਜਿਹੜੀ ਆਪਣੇ ਆਪ ਨਾਲ ਵੀ ਗਵਾਚ ਗਈ, ਸੰਸਾਰ ਨਾਲ, ਨਿਰੰਕਾਰ ਨਾਲ ਵੀ ਗਵਾਚ ਗਈ, ਗੁਰੂ ਨਾਲ ਵੀ ਗਵਾਚ ਗਈ, ਇਹ ਸੁਚਮਤਾ ਤੇਰੇ ਜੀਵਨ ਨੂੰ ਸੁੱਚਾ ਕਰ ਦੇਗੀ। ਮਨ ਕਰ ਹਲਾ ਮੇਰੇ ਪਿਆਰਿਆ, ਵਿੱਚ ਦੇਹੀ ਜੋਤ ਸਮਾਲ। ਨਾ ਜਾ ਕਿਤੇ, ਕੁਛ ਵੀ ਛੱਡ ਕੇ ਭੱਜਣ ਦੀ ਲੋੜ ਨਹੀਂ। ਜਿੱਥੇ ਹੈ ਉੱਥੇ ਹੀ ਕੋਈ ਨਾ ਕੋਈ ਗੁਰੂ ਦਾ ਸ਼ਬਦ ਲੈ ਕੇ ਬਸ ਆਪਣੇ ਆਪ ਨਾਲ ਗੱਲਾਂ ਕਰਨੀਆਂ ਸ਼ੁਰੂ ਕਰ ਦੇ। ਮਨ ਮੇਰਿਆ ਅੰਤਰ ਤੇਰਾ ਨਿਦਾਨ ਹੈ, ਬਾਹਰ ਵਸਣਾ ਇੱਥੇ ਪਿਆ ਹੈ। ਆਨੰਦ ਦਾ ਦਾਤਾ, ਉਹਦੀ ਜੋਤ ਇੱਥੇ ਪਈ ਹੈ, ਨਹੀਂ ਪਤਾ ਲੱਗਦੀ, ਗੁਰੂ ਨੂੰ ਪੁੱਛ ਲੈ। ਗੁਰੂ ਸਾਹਿਬ ਤੈਨੂੰ ਦੱਸ ਦੇਣਗੇ ਇਸ ਜੋਤ ਦਾ ਅਨੁਭਵ ਕਿਵੇਂ ਕਰਨਾ ਹੈ। ਅੱਜ ਨਹੀਂ ਹੋ ਰਿਹਾ, ਕੱਲ੍ਹ ਨੂੰ ਫੇਰ ਮਹਾਰਾਜ ਕੋਲ ਬੇਨਤੀ ਕਰੋ, ਪਾਤਸ਼ਾਹ ਤੁਸੀਂ ਆਖਿਆ ਸੀ ਸਭ ਮੈਂ ਜੋਤ ਜੋਤ ਹੈ ਸੋਏ, ਤਿਸਦਾ ਚਾਨਣ ਸਭ ਮੈਂ ਚਾਨਣ ਹੋਏ। ਗੁਰਸਾਖੀ ਜੋਤ ਪ੍ਰਗਟ ਹੋਏ, ਮੇਰੇ ਨਹੀਂ ਪ੍ਰਗਟ ਹੋ ਰਹੀ ਪਾਤਸ਼ਾਹ, ਤੁਸੀਂ ਫੇਰ ਸਿੱਖਿਆ ਦ੍ਰਿੜ ਕਰਾਓ, ਫੇਰ ਕਿਰਪਾ ਕਰੋ।
ਇਹ ਸ਼ਬਦ ਦਾ ਪਹਿਰਾ ਮੇਰੀ ਸੁਰਤੀ ਬਿਰਤੀ ਤੇ ਬਣਿਆ ਰਹੇ। ਗੁਰ ਨਾਨਕ ਨਾਮ ਵਿਖਾਲਿਆ ਹਰ ਦਾਤ ਕਰੀ ਦਇਆਲ। ਪਾਤਸ਼ਾਹ ਕਹਿੰਦੇ ਬਾਰ-ਬਾਰ ਜਦੋਂ ਬਾਣੀ ਦੇ ਰਾਹੀਂ ਬੇਨਤੀਆਂ ਕਰਨੀਆਂ ਸਿੱਖ ਲਓਗੇ, ਸਤਿਗੁਰ ਆਇਓ ਸ਼ਰਨ ਤੁਹਾਰੀ, ਮਿਲੈ ਸੂਖ ਨਾਮ ਹਰ ਸੋਭਾ, ਚਿੰਤਾ ਲਾਹੇ ਹਮਾਰੀ। ਤਾਂ ਦਾਤਾਰ ਜੀ ਕਹਿੰਦੇ ਉਸ ਵਾਹਿਗੁਰੂ ਜੀ ਦੇ ਦਰ ਤੋਂ ਵਰਸਾਏ ਹੋਏ ਸਤਿਗੁਰੂ ਦਾ ਸੁਭਾਅ ਇਹ ਹੈ, ਸਦ ਬਖਸ਼ਿੰਦ ਸਦਾ ਮਿਹਰਬਾਨਾ ਸਭਨਾਂ ਦੇ ਆਧਾਰੀ। ਬਸ ਸਾਨੂੰ ਲੋੜ ਕਿਸ ਗੱਲ ਦੀ ਹੈ? ਨਾਨਕ ਦਾਸ ਸੰਤ ਪਾਛੈ ਪਰਿਓ ਰਾਖ ਲਿਓ ਇਹ ਬਾਰੀ ਦੀਆਂ ਜੋਦੜੀਆਂ ਕਰਨ ਦੀ। ਮਹਾਰਾਜ ਕਹਿੰਦੇ ਗੁਰ ਨੌ ਨਿਧ ਨਾਮ ਵਿਖਾਲਿਆ, ਇਹ 9 ਨਿਧਾਂ ਵਾਲਾ ਅਨੰਤ ਸ਼ਕਤੀਆਂ ਵਾਲਾ ਆਨੰਦਦਾਇਕ ਨਾਮ ਇਹ ਵਾਹਿਗੁਰੂ ਜੀ ਦੀ ਬਖਸ਼ਿਸ਼ ਨਾਲ ਸਤਿਗੁਰੂ ਦਿਖਾ ਦਿੰਦੇ ਨੇ। ਤੇ ਇਹੋ ਹੀ ਮਹਾਰਾਜ ਕਹਿੰਦੇ ਦਾਤ ਹੈ, ਇਹੋ ਹੀ ਬਖਸ਼ਿਸ਼ ਦਾ, ਕਿਰਪਾ ਦਾ, ਮਿਹਰ ਦਾ ਪ੍ਰਮਾਣ ਹੈ। ਮਨ ਕਰ ਹਲਾ ਤੂੰ ਚੰਚਲਾ, ਚਤੁਰਾਈ ਛੱਡ ਵਿਕਰਾਲ। ਬਾਰ-ਬਾਰ ਸਮਝਾਓ ਮਹਾਰਾਜ, ਕੋਈ ਇੱਕ ਸ਼ਬਦ ਦੀ ਨਹੀਂ, ਸਾਰੇ ਬਾਣੀ ਦੇ ਸ਼ਬਦਾਂ ਦੇ ਅੰਦਰ ਇਹ ਸਮਰੱਥਾ ਹੈ। ਜਿਹੜਾ ਵੀ ਸ਼ਬਦ ਤੁਹਾਨੂੰ ਪਿਆਰਾ ਲੱਗਦਾ ਹੈ, ਜਿਹੜਾ ਵੀ ਸ਼ਬਦ ਤੁਹਾਨੂੰ ਧੂ ਪਾਉਂਦਾ ਹੈ, ਜਿਹੜੇ ਸ਼ਬਦ ਨਾਲ ਵੀ ਤੁਹਾਡਾ ਮਨ ਜਿਹੜਾ ਉਹ ਰਸ ਲੈਣ ਦੀ ਬਿਰਤੀ 'ਚ ਆਉਂਦਾ ਹੈ, ਉਹੀ ਸ਼ਬਦ ਪਕੜ ਲਓ, ਉਸੇ ਸ਼ਬਦ ਨੂੰ ਗੁਣਗੁਣਾਉਂਦੇ ਰਹੋ। ਮਹਾਰਾਜ ਕਹਿੰਦੇ ਉਹੋ ਹੀ ਸ਼ਬਦ ਬੋਲਦੇ ਰਹੋ, ਕਦੀ ਉੱਚੀ ਆਵਾਜ਼ ਦੇ ਨਾਲ, ਕਦੀ ਅੰਦਰ ਚੱਲਦਾ ਰਹੇ। ਗੁਰੂਦੇਵ ਕਹਿੰਦੇ ਖੇਡ ਵਾਪਰਦੀ ਹੈ, ਚਤੁਰਾਈਆਂ ਚੰਚਲਤਾਵਾਂ ਮੁੱਕਦੀਆਂ ਨੇ, ਜਿਹੜੀਆਂ ਵਿਕਰਾਲ ਭਿਆਨਕ ਰੂਪ ਕਰਕੇ ਜੀਵਨ ਦੇ ਉੱਤੇ ਮਾੜੇ ਡਰਾਉਣੇ ਨਤੀਜੇ ਕੱਢ ਰਹੀਆਂ ਨੇ। ਬਚ ਜਾਂਦੇ ਆ ਇਸ ਤੋਂ। ਹਰ ਹਰ ਨਾਮ ਸੰਭਾਲ ਤੂੰ, ਹਰ ਮੁਕਤ ਕਰੇ ਅੰਤ ਕਾਲ। ਮੇਰਿਆ ਮਨਾ ਗੁਰੂ ਸਾਹਿਬ ਕੀ ਕਹਿ ਰਹੇ ਨੇ? ਵਾਹਿਗੁਰੂ ਜੀ ਦੇ ਨਾਮ ਨਾਲ ਜੁੜ, ਗੁਣਗਾਨ ਨਾਲ ਜੁੜ, ਸਿਫਤ ਸਲਾਹ ਨਾਲ ਜੁੜ, ਸਿਫਤ ਸਲਾਹ ਦੇ ਸ਼ਬਦ ਨਾਲ ਸਾਂਝ ਪਾ। ਹਰ ਮੁਕਤ ਕਰੇ ਅੰਤ ਕਾਲ, ਤੇਰੀ ਮੁਕਤੀ ਹੋ ਜਾਏਗੀ। ਮਰਨ ਤੋਂ ਬਾਅਦ ਨਹੀਂ, ਜਿਉਂਦੇ ਜੀ ਤੈਨੂੰ ਕਾਮ ਤੰਗ ਨਹੀਂ ਕਰੇਗਾ। ਤੂੰ ਕ੍ਰੋਧ ਦੇ ਵਸ ਪੈ ਕੇ ਬੇਸੰਜਮਾ ਹੋ ਕੇ ਦੂਜਿਆਂ ਨੂੰ ਦੁਖੀ ਕਰਨਾ ਤੇ ਆਪ ਦੁਖੀ ਹੋਣਾ, ਮਰਨ ਮਰਾਉਣ ਵਾਲੀ ਬਿਰਤੀ ਚੋਂ ਨਿਕਲ ਆਏਗਾ। ਮਨ ਕਰ ਹਲਾ ਵਡ ਭਾਗੀਆ, ਤੂੰ ਗਿਆਨ ਰਤਨ ਸੰਭਾਲ। ਵੱਡੇ ਭਾਗਾਂ ਵਾਲਾ ਬਣ ਮੇਰੇ ਮਨਾ। ਅੱਜ ਬੇਸੰਜਮ ਹੈ, ਇਹ ਗਿਆਨ ਰਤਨ ਨੂੰ ਆਪਣੇ ਹਿਰਦੇ ਵਿੱਚ ਸੰਭਾਲ, ਜਿਹੜਾ ਗੁਰਬਾਣੀ ਰੂਪ ਵਿੱਚ ਤੈਨੂੰ ਦਿੱਤਾ ਹੈ। ਗੁਰ ਗਿਆਨ ਖੜਗ ਹੱਥ ਧਾਰਿਆ, ਜਮ ਮਾਰਿਆੜਾ ਜਮ ਕਾਲ। ਬੜਾ ਪਿਆਰਾ ਪ੍ਰਮਾਣ ਦਿੱਤਾ ਸਾਹਿਬ ਜੀ ਕਹਿੰਦੇ ਇਹ ਤੇ ਤਲਵਾਰ ਹੈ, ਇਹ ਜਿਹੜਾ ਗੁਰੂ ਦੇ ਸ਼ਬਦ ਦਾ ਇਹ ਖਜ਼ਾਨਾ ਹੈ ਨਾ, ਇਹ ਮਹਾਰਾਜ ਕਹਿੰਦੇ ਹਥਿਆਰ ਹੈ ਬਹੁਤ ਤਕੜਾ। ਔਰ ਇੰਨਾ ਤਾਕਤ ਹੈ, ਬਲ ਹੈ ਇਹਦੇ ਵਿੱਚ, ਇੰਨੀ ਤਾਕਤ ਹੈ ਕਿ ਇਹ ਜੇ ਗੁਰੂ ਦੇ ਸ਼ਬਦ ਰੂਪੀ ਗਿਆਨ ਦੀ ਇਹ ਤਲਵਾਰ ਤੁਹਾਨੂੰ ਕਿਤੇ ਸੁਰਤੀ ਦੇ ਪੱਧਰ ਤੇ, ਮਤ ਦੇ ਪੱਧਰ ਤੇ ਪਕੜਨੀ ਆ ਗਈ ਨਾ, ਇਹ ਜਿੰਨੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਵਿਕਾਰੀ ਬਿਰਤੀਆਂ ਨੇ, ਮਹਾਰਾਜ ਕਹਿੰਦੇ ਸਭ ਜਿਹੜੀਆਂ ਨੇ ਪਛਾੜੀਆਂ ਜਾਂਦੀਆਂ ਨੇ ਇਸ ਗੁਰੂ ਦੇ ਗਿਆਨ ਰੂਪੀ ਖੜਗ ਤਲਵਾਰ ਦੇ ਰਾਹੀਂ, ਇਸ ਹਥਿਆਰ ਦੇ ਰਾਹੀਂ। ਮਹਾਰਾਜ ਕਹਿੰਦੇ ਜਮ ਮਾਰਿਆੜਾ ਜਮ ਕਾਲ। ਇਹ ਜਮ ਕਾਲ ਮੌਤ ਦਾ ਭੈ ਵੀ ਜਿਹੜਾ ਹੈ ਨਾ, ਆਵਾ ਗਾਉਣ ਦੀ ਖੇਡ ਵੀ ਜਿਹੜੀ ਹੈ ਮੁੱਕ ਜਾਂਦੀ ਹੈ, ਮਰ ਮੁੱਕ ਜਾਂਦੀ ਹੈ। ਅੰਤਰ ਤੇ ਅੰਤਰ ਨਿਦਾਨ ਮਨ ਕਰ ਹਲੇ, ਭ੍ਰਮ ਭਵੈ ਬਾਹਰ ਭਾਲ। ਅੱਜ ਤਾਂ ਹਾਲਤ ਇਹ ਹੈ, ਉਹ ਕਿਤੇ ਮੈਨੂੰ ਮਿਲ ਜਾਏ, ਇਹ ਕਿਤੇ ਮੈਨੂੰ ਮਿਲ ਜਾਏ, ਇੱਥੇ ਆ ਮਾਣ ਪਦਵੀਆਂ ਕਿਤੇ ਮੈਨੂੰ ਫੇਰ ਬਹੁਤ ਆਨੰਦ ਹੈ। ਮਹਾਰਾਜ ਕਹਿੰਦੇ ਨਹੀਂ ਭਲਿਆ, ਸੱਚ ਇਹ ਹੈ ਅੰਤਰ ਨਿਦਾਨ ਮਨ ਕਰ ਹਲੇ। ਤੂੰ ਭਟਕਦਾ ਫਿਰਦਾ ਹੈ ਭੁਲੇਖਿਆਂ ਵਿੱਚ ਹੈ ਕਿ ਬਾਹਰੋਂ ਮਿਲਣਾ ਆਨੰਦ ਨਹੀਂ, ਆਨੰਦ ਤੇਰੇ ਅੰਦਰ ਪਿਆ। ਗੁਰਪੁਰਖ ਪੂਰਾ ਭੇਟਿਆ, ਹਰ ਸੱਜਣ ਲੱਦੜਾ ਨਾਲ। ਇਹ ਦਾਤ ਕਿਵੇਂ ਮਿਲਣੀ ਹੈ? ਆਨੰਦਮਈ ਗਿਆਨ ਦੇ ਖਜ਼ਾਨੇ ਦੀ, ਨਾਮ ਸਿਮਰਨ ਦੀ। ਜਦੋਂ ਉਹ ਵਾਹਿਗੁਰੂ ਜੀ ਨਾਲ ਲਿਵਲੀਨ ਹੋਏ, ਪੂਰਨ ਸਤਿਗੁਰੂ ਦੇ ਨਾਲ ਤੇਰੀ ਸੁਰਤੀ ਬਿਰਤੀ ਦੀ ਸਾਂਝ ਪੈ ਜਾਏਗੀ। ਜਿਵੇਂ ਉਹਨੂੰ ਸੱਜਣ ਵਾਹਿਗੁਰੂ ਜੀ ਮਿਲੇ ਸਤਿਗੁਰੂ ਨੂੰ, ਇੱਦਾਂ ਤੁਹਾਨੂੰ ਵੀ ਮਹਾਰਾਜ ਕਹਿੰਦੇ ਮਿਲ ਜਾਣਗੇ। ਹਰ ਸੱਜਣ ਲੱਦੜਾ ਨਾਲ, ਰੰਗ ਰਤੜੇ ਮਨ ਕਰ ਹਲੇ, ਹਰ ਰੰਗ ਸਦਾ ਸੰਭਾਲ। ਉਹ ਮੇਰੇ ਬੇਸੰਜਮੇ ਹੋਏ ਦੁਨੀਆ ਦੇ ਪਦਾਰਥਾਂ ਦੇ ਰਸ ਕਸ ਵਿੱਚੋਂ ਆਨੰਦ ਲੱਭਣ ਵਾਲੇ ਮਨਾ, ਦੇਖ ਮਨ ਨੂੰ, ਆਪਣੇ ਆਪ ਨੂੰ ਵਾਹਿਗੁਰੂ ਜੀ ਦੇ ਸ਼ਬਦ ਦੇ ਰੰਗ ਵਿੱਚ
ਰਤਨਾ ਸਿੱਖ ਲੈ। ਜਿਨ੍ਹਾਂ ਨੇ ਰਤਿਆ ਏ ਉਹਨਾਂ ਨੂੰ ਇਹ ਹਰੀ ਦੇ ਨਾਮ ਰੂਪੀ ਰੰਗ ਵਿੱਚੋਂ ਬੜਾ ਆਨੰਦ ਆਇਆ। ਹਰ ਰੰਗ ਕਦੇ ਨਾ ਉਤਰੈ ਗੁਰ ਸੇਵਾ ਸ਼ਬਦ ਸੰਭਾਲ। ਗੁਰੂ ਦੀ ਸ਼ਰਨ ਵਿੱਚ ਆ ਕੇ ਗੁਰੂ ਦੇ ਬਖਸ਼ੇ ਹੋਏ ਸ਼ਬਦ ਨੂੰ ਜਦੋਂ ਸੰਭਾਲੇਗਾ, ਚੇਤੇ ਵਿੱਚ ਰੱਖੇਗਾ, ਤਾਂ ਗੁਰੂ ਕਿਰਪਾ ਕਰੇਗਾ। ਨਾਮ ਦਾ ਰੰਗ ਤੈਨੂੰ ਆਪਣੇ ਆਪ ਚੜ੍ਹਦਾ ਜਾਏਗਾ। ਸ਼ਬਦ ਦੀ ਸ਼ਕਤੀ ਵਰਤੇਗੀ, ਗਿਆਨ ਦਾ ਹਥਿਆਰ ਕੰਮ ਕਰੇਗਾ। ਇਹ ਤੈਨੂੰ ਦੁਖੀ ਕਰਨ ਵਾਲੇ, ਬੇਸੰਜਮੇ ਕਰਨ ਵਾਲੇ ਵਿਕਾਰ ਜਿਹੜੇ ਨੇ ਪਛਾੜੇ ਜਾਣਗੇ। ਅਖੀਰ ਤੇ ਸਾਹਿਬ ਜੀ ਬਚਨ ਕਰਦੇ, ਹਮ ਪੰਖੀ ਮਨ ਕਰ ਹਲੇ ਹਰ ਤਰਵਰ ਪੁਰਖ ਅਕਾਲ। ਵੱਡ ਭਾਗੀ ਗੁਰਮੁਖ ਪਾਇਆ ਜਨ ਨਾਨਕ ਨਾਮ ਸਮਾਲ। ਅਖੀਰ ਤੇ ਮਹਾਰਾਜ ਕਹਿੰਦੇ, ਮੈਂ ਤੈਨੂੰ ਫਿਰ ਇਹੀ ਗੱਲ ਤੋਂ ਸੁਚੇਤ ਕਰਨਾ ਚਾਹੁੰਦਾ। ਦੇਖ, ਅਸੀਂ ਤੇ ਮਨੁੱਖ ਕਹਾਉਣ ਵਾਲੇ ਪੰਛੀਆਂ ਦੀ ਨਿਆਈਆਂ। ਜਿਵੇਂ ਪੰਛੀ ਆਪਣੇ ਜੀਵਨ ਦਾ ਬਸਰ ਕਰਨ ਵਾਸਤੇ ਰੁੱਖਾਂ ਦਾ ਆਸਰਾ ਲੈਂਦੇ ਨੇ, ਉੱਥੇ ਹੀ ਉਹਨਾਂ ਦਾ ਰਹਿਣ ਬਸੇਰਾ ਹੁੰਦਾ ਹੈ। ਧੁੱਪ ਛਾਂ ਨੂੰ ਉਹ ਆਪਣੇ ਸਰੀਰ 'ਤੇ ਰੁੱਖਾਂ ਦੇ ਆਸਰੇ ਨਾਲ ਝੱਲਦੇ ਹੈ ਅਤੇ ਰੁੱਖਾਂ ਕੋਲੋਂ ਹੀ ਉਹਨਾਂ ਨੂੰ ਖੁਰਾਕ ਮਿਲਦੀ ਹੈ। ਇੱਦਾਂ ਹੀ ਮੇਰੇ ਮਨਾ, ਇਹ ਵਾਹਿਗੁਰੂ ਰੁੱਖ ਦੀ ਨਿਆਈ ਹੈ। ਇਸ ਦਾ ਆਸਰਾ ਲੈ, ਵਾਹਿਗੁਰੂ ਰੂਪੀ ਰੁੱਖ ਦਾ ਆਸਰਾ ਲੈ, ਇਹਨੂੰ ਆਪਣੇ ਜੀਵਨ ਦਾ ਆਸਰਾ ਬਣਾ। ਇਹਦੀ ਸਿਫਤ ਸਲਾਹ ਨੂੰ ਆਪਣੇ ਜੀਵਨ ਦਾ ਆਸਰਾ ਬਣਾ। ਇਹ ਅਕਾਲ ਹੈ, ਤੈਨੂੰ ਵੀ ਮੌਤ ਦੇ ਆਵਾ ਗਾਉਣ ਦੇ, ਜੰਮਣ ਮਰਨ ਦੇ ਗੇੜ 'ਚੋਂ ਇਹ ਵਾਹਿਗੁਰੂ ਜੀ ਦਾ ਸਿਮਰਨ ਨਿਕਾਲ ਦੇਗਾ, ਕੱਢ ਦੇਗਾ। ਵੱਡ ਭਾਗੀ ਗੁਰਮੁਖ ਪਾਇਆ ਜਨ ਨਾਨਕ ਨਾਮ ਸਮਾਲ। ਮਨਾ, ਇਹ ਗੁਰਮੁਖਾਂ ਦੀ, ਵੱਡੇ ਭਾਗਾਂ ਵਾਲਿਆਂ ਦੀ ਨਿਸ਼ਾਨੀ ਹੁੰਦੀ ਹੈ, ਜਿਨ੍ਹਾਂ ਨੂੰ ਗੁਰੂ ਦਾ ਸ਼ਬਦ, ਗੁਰੂ ਦੇ ਸ਼ਬਦ ਦੀ ਸੰਗਤ ਅਤੇ ਗੁਰੂ ਦੇ ਸ਼ਬਦ ਦਾ ਭਰੋਸਾ ਅਤੇ ਉਸ ਨੂੰ ਆਪਣੇ ਜੀਵਨ ਵਿੱਚ ਅਮਲੀ ਰੂਪ ਧਾਰਨ ਕਰਨ ਦੀ ਅਵਸਥਾ ਮਿਲ ਜਾਏ। ਇਹੀ ਵੱਡੇ ਭਾਗ ਨੇ, ਇਹੀ ਗੁਰਮੁਖਾਂ ਦੀ ਨਿਸ਼ਾਨੀ ਹੈ। ਮੇਰੇ ਮਨਾ, ਤੂੰ ਮਨਮੁਖਾਂ ਵਿੱਚ ਨਹੀਂ, ਉਹਨਾਂ ਦੀ ਭੀੜ ਵਿੱਚ, ਦੁਨੀਆਦਾਰਾਂ ਦੀ ਭੀੜ ਵਿੱਚ ਨਹੀਂ, ਗੁਰਮੁਖਾਂ ਸਤ ਸੰਗੀਆਂ ਦੇ ਜੋੜ ਮੇਲੇ ਵਿੱਚ ਆਪਣੇ ਆਪ ਨੂੰ ਜੋੜਨਾ ਸਿੱਖ ਲੈ। ਤੇਰੇ ਉੱਤੇ ਬਖਸ਼ਿਸ਼ਾਂ ਦਾ ਮੀਂਹ ਵਰੇਗਾ। ਸਾਹਿਬ ਜੀ ਕੋਲ ਝੋਲੀਆਂ ਅੱਡੀਏ ਦਾਤਾ। ਜੇ ਇਹ ਸ਼ਬਦ ਸਾਡੇ ਭਲੇ ਵਾਸਤੇ ਸਾਨੂੰ ਬਖਸ਼ਿਆ, ਫਿਰ ਇਹਦੀ ਦ੍ਰਿੜਤਾ, ਇਹਨੂੰ ਅਮਲ ਵਿੱਚ ਲਿਆਉਣ ਦੀ ਬਲ ਬੁੱਧੀ ਸਮਰੱਥਾ ਵੀ ਬਖਸ਼ਿਸ਼ ਕਰੋ। ਸਾਹਿਬ ਜੀ ਹਮੇਸ਼ਾ ਹੀ ਬਖਸ਼ਿੰਦ ਨੇ, ਸਾਨੂੰ ਹੀ ਬਖਸ਼ਿਸ਼ ਝੋਲੀ ਪਵਾਉਣ ਦੀ ਲੋੜ ਹੈ। ਰਹਿਮਤ ਕਰਨ ਸਤਿਗੁਰੂ, ਐਸੀ ਬਖਸ਼ਿਸ਼ ਸਾਰਿਆਂ 'ਤੇ ਹੋਵੇ। ਇੰਨੇ ਸ਼ਬਦ ਪ੍ਰਵਾਨ ਕਰਨੇ, ਭੁੱਲਾਂ ਚੁੱਕਾਂ ਦੀ ਖਿਮਾ। ਫਤਿਹ ਬੁਲਾਓ ਜੀ।